ਸਜ਼ਾ। ਆਲੋਚਕ ਅਕਸਰ ਆਪਣੇ ਆਪ ਨੂੰ ਇੰਨਾ ਉੱਚਾ ਬਿਠਾ ਲੈਂਦਾ ਹੈ ਕਿ ਜਿਨ੍ਹਾਂ ਰਚਨਾਵਾਂ ਦੀ ਉਹ ਆਲੋਚਨਾ ਕਰਦਾ ਹੈ ਉਹਨਾਂ ਰਚਨਾਵਾਂ ਵਿੱਚ ਨੁਕਸ ਲੱਭਣ ਦੀ ਬਿਰਤੀ ਕਾਰਨ ਉਹ ਇਹਨਾਂ ਰਚਨਾਵਾਂ ਨੂੰ ਮਾਣਦਾ ਨਹੀਂ। ਜਿਨ੍ਹਾਂ ਫਿਲਮਾਂ ਦੀ ਆਲੋਚਨਾ ਕਰਦਾ ਹੈ ਉਹਨਾਂ ਦੇ ਨੁਕਸ ਹੀ ਵੇਖਦਾ ਹੈ ਅਤੇ ਦੱਸਦਾ ਹੈ। ਨੁਕਸ ਵੇਖਣ ਲੱਭਣ ਦੀ ਇਸ ਆਦਤ ਕਾਰਨ ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਵਿੱਚ ਵੀ ਨੁਕਸ ਹੀ ਦਿਸਦੇ ਹਨ। ਆਲੋਚਕ ਹੋਣ ਦੀ ਕੀ ਇਹ ਛੋਟੀ ਸਜ਼ਾ ਹੈ? ਧੰਨਵਾਦ। ਗਲ ਪਿਆ ਢੋਲ। ਜਿਹੜੀਆਂ ਇਸਤਰੀਆਂ ਪ੍ਰਵਾਨ ਹੋਣ ਵਾਸਤੇ ਜਲਦੀ ਸਮਰਪਣ ਕਰ ਦਿੰਦੀਆਂ ਹਨ ਉਹ ਪੁਰਸ਼ ਦਾ ਸਤਿਕਾਰ ਗੁਆ ਲੈਂਦੀਆਂ ਹਨ। ਜਿਹੜੀਆਂ ਜਿੱਤਾਂ ਲੰਮਾ ਯਤਨ ਕਰਨ ਤੋਂ ਬਿਨਾਂ ਮਿਲਦੀਆਂ ਹਨ ਉਹਨਾਂ ਦਾ ਮਾਣ ਨਹੀਂ ਹੁੰਦਾ। ਅਜਿਹੀਆਂ ਇਸਤਰੀਆਂ ਤੋਂ ਜਲਦੀ ਖਹਿੜਾ ਛੁਡਾ ਲਿਆ ਜਾਂਦਾ ਹੈ। ਸਿਆਣੀ ਪ੍ਰੇਮਿਕਾ ਧਿਆਨ ਰੱਖਦੀ ਹੈ ਕਿ ਉਹਦੇ ਪ੍ਰੇਮੀ ਦੀ ਉਸ ਵੱਲ ਤਾਂਘ ਤੋਂ ਬਾਹਰ ਕੋਈ ਤਾਂਘ ਨਾ ਹੋਵੇ। ਜਿਹੜੇ ਪ੍ਰੇਮੀ ਪ੍ਰੇਮਿਕਾ ਉੱਤੇ ਕਬਜ਼ਾ ਹੀ ਕਰ ਲੈਂਦੇ ਹਨ ਅਤੇ ਉਸ ਨੂੰ ਹੋਰ ਕਿਸੇ ਨਾਲ ਗੱਲਬਾਤ ਹੀ ਨਹੀਂ ਕਰਨ ਦਿੰਦੇ ਉਹ ਦੋਵੇਂ ਗਲ ਪਿਆ ਢੋਲ ਬਣ ਜਾਂਦੇ ਹਨ। ਧੰਨਵਾਦ। ਇਸਤਰੀਆਂ ਦੀ ਰਾਜਨੀਤੀ। ਜੇ ਪਤੀ ਆਪਣੇ ਮਾਪਿਆਂ ਪ੍ਰਤੀ ਬਹੁਤ ਸੁਹਿਰਦ ਹੋਵੇ ਤਾਂ ਪਤਨੀ ਉਹਨਾਂ ਮਾਪਿਆਂ ਨੂੰ ਪਸੰਦ ਨਹੀਂ ਕਰਦੀ ਕਿਉਂਕਿ ਉਹ ਪਤੀ ਦਾ ਸਾਰਾ ਧਿਆਨ ਆਪ ਮੱਲਣਾ ਚਾਹੁੰਦੀ ਹੈ। ਇਵੇਂ ਹੀ ਜੇ ਪਤੀ ਪਤਨੀ ਵੱਲ ਵਧੇਰੇ ਝੁਕਿਆ ਹੋਵੇ ਤਾਂ ਪਤੀ ਦੀ ਮਾਂ ਅਜਿਹੀ ਨੂੰਹ ਨੂੰ ਪਸੰਦ ਨਹੀਂ ਕਰਦੀ। ਇਹ ਇਸਤਰੀਆਂ ਦੀ ਰਾਜਨੀਤੀ ਹੁੰਦੀ ਹੈ। ਧੰਨਵਾਦ। ਇਕਲੌਤਾ। ਇਕਲੌਤੇ ਅਤੇ ਇਕੱਲੇ ਪੁੱਤਰ ਦੀਆਂ ਆਪਣੀ ਕਿਸਮ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਚਾਚੇ ਦਾ ਪੁੱਤਰ ਵਿਦੇਸ਼ ਗਿਆ। ਇਕਲੌਤੇ ਪੁੱਤਰ ਦੇ ਮਾਪਿਆਂ ਨੇ ਨਹੀਂ ਜਾਣ ਦਿੱਤਾ। ਦੋਸਤ ਫੌਜ ਵਿੱਚ ਭਰਤੀ ਹੋਇਆ। ਇਕਲੌਤੇ ਪੁੱਤਰ ਨੂੰ ਮਾਂ ਨੇ ਫੌਜ 'ਚ ਨਹੀਂ ਜਾਣ ਦਿੱਤਾ। ਸਮੁੰਦਰੀ ਫੌਜ 'ਚ ਚੁਣਿਆ ਗਿਆ। ਮਾਪਿਆਂ ਨੇ ਸਿਖਲਾਈ ਲਈ ਹੀ ਨਹੀਂ ਭੇਜਿਆ। ਮਾਂ ਬਜ਼ੁਰਗ ਸੀ, ਕਿਧਰੇ ਨਹੀਂ ਜਾਣ ਦਿੱਤਾ। ਪੁੱਤਰ 75 ਸਾਲ ਦਾ ਹੋ ਗਿਆ। ਕਿਧਰੇ ਜਾਣ ਦੀ ਸੰਭਾਵਨਾ ਹੀ ਮੁੱਕ ਗਈ। ਕੀ ਇਹ ਕਿਸਮਤ ਸੀ ਜਾਂ ਇਕਲੌਤੀ ਸੰਤਾਨ ਹੋਣ ਦਾ ਸੰਤਾਪ ਸੀ? ਧੰਨਵਾਦ। ਲੌਗ ਬੁੱਕ। ਜਦੋਂ ਕੋਲੰਬਸ ਚੱਲਿਆ ਸੀ ਉਹਨੂੰ ਪਤਾ ਨਹੀਂ ਸੀ ਕਿ ਕਿੱਥੇ ਜਾਣਾ ਹੈ ਕਿਉਂਕਿ ਉੱਥੇ ਪਹਿਲਾਂ ਕੋਈ ਗਿਆ ਨਹੀਂ ਸੀ। ਉਹ ਜਦੋਂ ਪਹੁੰਚਿਆ ਤਾਂ ਪਤਾ ਨਹੀਂ ਸੀ ਕਿ ਕਿੱਥੇ ਪਹੁੰਚਿਆ ਹੈ। ਉਹ ਜਾਣੇ ਬਿਨਾਂ ਹੀ ਮਰ ਗਿਆ ਕਿ ਉਹਨੇ ਕੀ ਲੱਭਿਆ ਸੀ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਕੋਲੰਬਸ ਦੀ ਯਾਤਰਾ ਦਾ ਮਾਰਗ ਮੁੜ ਉਲੀਕਿਆ ਹੈ। ਕੋਲੰਬਸ ਨੇ ਲੌਗ ਬੁੱਕ ਲਿਖੀ ਸੀ ਜਿਸ ਦੇ ਆਧਾਰ 'ਤੇ ਖੋਜ ਮਗਰੋਂ ਯੂਨੀਵਰਸਿਟੀ ਨੇ ਸਾਬਤ ਕੀਤਾ ਕਿ ਕੋਲੰਬਸ ਕਿੱਥੋਂ ਚੱਲਿਆ ਸੀ, ਕਿਹੜੇ ਰਸਤੇ ਗਿਆ ਸੀ ਅਤੇ ਕਿੱਥੇ ਪਹੁੰਚਿਆ ਸੀ। ਧੰਨਵਾਦ। ਦਿਲ ਦੀ ਅਮੀਰੀ। ਫਰਾਂਸ ਦੀ ਨਿਨੋਨ ਦੀ ਬੈਠਕ ਸਾਰੇ ਯੂਰਪ ਵਿੱਚ ਮਸ਼ਹੂਰ ਸੀ ਜਿੱਥੇ ਅਨੇਕਾਂ ਕਲਾਕਾਰ ਆਪਣੀਆਂ ਪ੍ਰੇਮਿਕਾਵਾਂ ਨੂੰ ਪਹਿਲੀ ਵਾਰ ਮਿਲੇ ਸਨ। ਉਹ ਆਪਣੇ ਜ਼ਮਾਨੇ ਦੀਆਂ ਰਾਣੀਆਂ ਨਾਲੋਂ ਵੀ ਵਧੇਰੇ ਹਰਮਨ ਪਿਆਰੀ ਸੀ। ਨਿਨੋਨ ਦੀ ਸੂਝ ਅਤੇ ਹਾਜ਼ਰ ਜਵਾਬੀ ਸਾਦਗੀ ਅਤੇ ਚੋਲ ਮੋਲ ਉਹਦੇ ਗਹਿਣੇ ਸਨ। ਉਹ ਸੁਪਨੇ ਜਗਾਉਂਦੀ ਸੀ, ਕਲਪਨਾ ਟੁੰਬਦੀ ਸੀ। ਉਹਦੀ ਹਾਜ਼ਰੀ ਵਿੱਚ ਤਰਕ ਵੀ ਰੰਗੀਨ ਹੋ ਜਾਂਦਾ ਸੀ। ਉਸ ਕੋਲ ਪ੍ਰੇਮੀ ਪ੍ਰੇਮਿਕਾਵਾਂ ਨੂੰ ਨੇੜੇ ਰੱਖਣ ਦੀ ਜਾਚ ਸੀ। ਉਹ ਜਿਸ ਵੱਲ ਵੇਖਦੀ ਸੀ ਉਹਦੀ ਕਿਸਮਤ ਜਾਗ ਪੈਂਦੀ ਸੀ। ਉਹਨੇ ਵਾਅਦਾ ਕਿਸੇ ਨਾਲ ਨਾ ਕੀਤਾ ਪਰ ਆਸ ਕਿਸੇ ਦੀ ਬੁਝਣ ਨਾ ਦਿੱਤੀ। ਉਹਦੀ ਬੈਠਕ ਫਰਾਂਸੀਸੀ ਸਲੀਕੇ ਦੀ ਮਿਸਾਲ ਸੀ। ਜਿਹੜੇ ਇੱਕ ਵਾਰੀ ਆਉਂਦੇ ਸਨ ਉਹਨਾਂ ਨੂੰ ਮਹੀਨਿਆਂ ਲਈ ਕਰਨ ਵਾਸਤੇ ਗੱਲਾਂ ਮਿਲ ਜਾਂਦੀਆਂ ਸਨ। ਫਰਾਂਸ ਦੇ ਇਤਿਹਾਸ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਪੁਰਸ਼ਾਂ ਨੇ ਕਿਸੇ ਇਸਤਰੀ ਦੀ ਪ੍ਰਸ਼ੰਸਾ ਨਹੀਂ ਕੀਤੀ। ਸਮਕਾਲੀ ਫਿਲਾਸਫਰਾਂ, ਕਲਾਕਾਰਾਂ, ਸੰਗੀਤਕਾਰਾਂ ਨੇ ਉਸਨੂੰ ਪਿਆਰ ਕੀਤਾ। ਉਹ ਪੁਰਸ਼ਾਂ ਵਿੱਚ ਹੀ ਨਹੀਂ ਇਸਤਰੀਆਂ ਵਿੱਚ ਵੀ ਬੜੀ ਹਰਮਨ ਪਿਆਰੀ ਸੀ। ਉਸਨੇ ਕਿਸੇ ਦਾ ਪਤੀ ਖੋਇਆ ਨਹੀਂ ਸਗੋਂ ਕਈ ਸੋਹਣੀਆਂ ਦੇ ਗਵਾਚੇ ਹੋਏ ਰੁੱਸੇ ਹੋਏ ਪ੍ਰੇਮੀ ਲੱਭ ਲੱਭ ਕੇ ਉਹਨਾਂ ਦੇ ਹਵਾਲੇ ਕੀਤੇ। ਉਹ ਸੁੰਦਰਤਾ ਦੀ ਬੁਝਾਰਤ ਸੀ। ਉਹ ਇੰਨੀ ਮਸ਼ਹੂਰ ਸੀ ਕਿ ਉਹਦੀਆਂ ਦਰਜਨਾਂ ਜੀਵਨੀਆਂ ਛਪੀਆਂ। ਹੋਰ ਤਾਂ ਹੋਰ ਜਿਨ੍ਹਾਂ ਨੇ ਉਸਨੂੰ ਪਿਆਰ ਕੀਤਾ ਉਹਨਾਂ ਦੀਆਂ ਵੀ ਜੀਵਨੀਆਂ ਛਪੀਆਂ। ਮਿਲਾਪ ਦੀਆਂ ਸਿਖਰਾਂ ਅਤੇ ਵਿਛੋੜੇ ਦੇ ਦਰਦ ਕੋਈ ਸਵਾਦ ਨਹੀਂ ਸੀ
ਜਿਹੜਾ ਉਸਨੇ ਨਹੀਂ ਸੀ ਚੱਖਿਆ। ਉਸਨੇ ਆਪਣੀ ਅਮੀਰੀ ਨਾਲ ਹੋਰਾਂ ਨੂੰ ਚਮਕਣ ਦਾ ਅਵਸਰ ਦਿੱਤਾ। ਧੰਨਵਾਦ। ਉਸਤਾਦ। ਇੱਕ ਪਹਿਲਵਾਨ ਨੇ ਆਪਣੇ ਸ਼ਾਗਿਰਦ ਨੂੰ ਇੱਕ ਤੋਂ ਸਿਵਾਏ ਸਾਰੇ ਦਾਅ ਸਿਖਾ ਦਿੱਤੇ। ਉਸਤਾਦ ਜਾਣਦਾ ਸੀ ਕਿ ਸ਼ਾਗਿਰਦ ਵਿੱਚ ਉਹ ਨਿਮਰਤਾ ਨਹੀਂ ਸੀ ਆਈ, ਜਿਹੜੀ ਚੰਗੇ ਸ਼ਾਗਿਰਦਾਂ ਵਿੱਚ ਆਉਣੀ ਚਾਹੀਦੀ ਸੀ। ਜਦੋਂ ਸ਼ਾਗਿਰਦ ਸਾਰੇ ਦਾਅ ਸਿੱਖ ਗਿਆ ਤਾਂ ਉਹਨੇ ਆਪਣੇ ਉਸਤਾਦ ਨੂੰ ਹੀ ਦੰਗਲ ਲਈ ਵੰਗਾਰਿਆ। ਉਸਤਾਦ ਨੇ ਪਹਿਲਾਂ ਤਾਂ ਉਹਦੀ ਬੜਕ ਨੂੰ ਅਣਸੁਣਿਆ ਕਰ ਦਿੱਤਾ, ਪਰ ਸ਼ਾਗਿਰਦ ਹੋਰ ਗੁਸਤਾਖ ਤੇ ਬਦਤਮੀਜ਼ ਹੁੰਦਾ ਗਿਆ। ਉਸਤਾਦ ਨੇ ਉਹਨੂੰ ਕਿਹਾ, ਜੇ ਤੂੰ ਨਹੀਂ ਹਟਦਾ ਤਾਂ ਸੋਚ ਕੇ ਥਾਂ ਤੇ ਵਕਤ ਦੱਸ ਦੇਵੀਂ ਤੇ ਆਪਣਾ ਦੰਗਲ ਦਾ ਚਾਅ ਪੂਰਾ ਕਰ ਲਵੀਂ। ਸ਼ਾਗਿਰਦ ਸਭ ਤੋਂ ਵੱਡਾ ਪਹਿਲਵਾਨ ਐਲਾਨੇ ਜਾਣ ਦੇ ਚਾਅ ਵਿੱਚ ਖੁਸ਼ ਸੀ। ਉਸ ਵੱਲੋਂ ਚੁਣੀ ਥਾਂ ਤੇ ਦੰਗਲ ਆਰੰਭ ਹੋਇਆ। ਉਸਤਾਦ ਨੇ ਪਹਿਲੇ ਹੀ ਦਾਅ ਵਿੱਚ ਸ਼ਾਗਿਰਦ ਨੂੰ ਚੁੱਕ ਕੇ ਪਟਕਾ ਦਿੱਤਾ। ਸ਼ਾਗਿਰਦ ਪੁੱਛ ਰਿਹਾ ਸੀ, ਉਸਤਾਦ ਜੀ, ਤੁਸੀਂ ਮੈਨੂੰ ਇਹ ਦਾਅ ਕਿਉਂ ਨਹੀਂ ਸਿਖਾਇਆ? ਉਸਤਾਦ ਨੇ ਕਿਹਾ, ਇਹ ਗੁਸਤਾਖ ਤੇ ਬਦਤਮੀਜ਼ ਸ਼ਾਗਿਰਦ ਦੀ ਆਕੜ ਭੰਨਣ ਦਾ ਦਾਅ ਹੈ। ਇਹਦੀ ਲੋੜ ਉਸਤਾਦ ਨੂੰ ਹੀ ਪੈਂਦੀ ਹੈ। ਧੰਨਵਾਦ। ਅਪਮਾਨ। ਜੇ ਕੋਈ ਬਹੁਤਾ ਅਪਮਾਨ ਵਾਲਾ ਪੱਤਰ ਮਿਲੇ ਤਾਂ ਉਹਦਾ ਝੱਟ ਉੱਤਰ ਨਹੀਂ ਦੇਣਾ ਚਾਹੀਦਾ, ਕਿਉਂਕਿ ਇਵੇਂ ਕਰਨ ਨਾਲ ਤੁਸੀਂ ਅਪਮਾਨ ਕਰਨ ਵਾਲੇ ਨੂੰ ਹੀ ਸਹੀ ਸਿੱਧ ਕਰ ਰਹੇ ਹੋਵੋਗੇ। ਉਡੀਕ ਕਰੋ, ਭਾਵੇਂ ਕੁਝ ਮਹੀਨੇ ਲੱਗ ਜਾਣ, ਸਾਲ ਵੀ ਲੱਗ ਸਕਦੇ ਹਨ। ਸਮਾਂ ਹੀ ਅਪਮਾਨ ਭਰਿਆ ਪੱਤਰ ਲਿਖਣ ਵਾਲੇ ਨੂੰ ਹਾਸੋਹੀਣਾ ਸਿੱਧ ਕਰ ਦੇਵੇਗਾ। ਉਦੋਂ ਉੱਤਰ ਦਿਓ ਤੇ ਉੱਤਰ ਮਿਹਰਬਾਨ ਬਣ ਕੇ ਦਿਓ। ਗਾਲਾਂ ਦਾ ਜਵਾਬ ਅਸੀਸਾਂ ਨਾਲ ਦਿਓ। ਤੁਹਾਡਾ ਮਨ ਸ਼ਾਂਤ ਹੀ ਨਹੀਂ ਹੋਏਗਾ, ਬੜਾ ਸ਼ਕਤੀਸ਼ਾਲੀ ਵੀ ਹੋ ਜਾਏਗਾ ਤੇ ਤੁਹਾਨੂੰ ਝੱਟ ਉੱਤਰ ਨਾ ਦੇਣ ਤਾਂ ਮਾਣ ਹੋਏਗਾ। ਧੰਨਵਾਦ। ਨੀਤ ਤੇ ਨਤੀਜੇ। ਇੱਕ ਵਿਅਕਤੀ ਆਪਣੇ ਵਿਆਹ ਉਪਰੰਤ ਆਪਣੀ ਰਹਿ ਚੁੱਕੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗ ਪਿਆ। ਕਦੇ ਪਤਨੀ ਦੇ ਆਪਣੇ ਨਾਲੋਂ ਵੱਡੀ ਹੋਣ ਦੀ, ਕਦੇ ਸੋਹਣੀ ਨਾ ਹੋਣ ਦੀ ਗੱਲ ਕਰਦਾ। ਉਹ ਵਿਆਜ ਉੱਤੇ ਪੈਸੇ ਵੀ ਦਿੰਦਾ ਸੀ। ਦੋ ਵਿਅਕਤੀ ਉਹਦੇ ਪੈਸੇ ਨਾ ਮੋੜ ਸਕੇ ਤਾਂ ਉਹਨੇ ਉਹਨਾਂ ਨੂੰ ਮਨਾ ਲਿਆ ਕਿ ਪੈਸਿਆਂ ਦੇ ਬਦਲੇ ਉਹਦੀ ਪਤਨੀ ਦਾ ਕਤਲ ਕਰਨ ਵਿੱਚ ਮਦਦ ਕਰਨ। ਪਤਨੀ ਨੂੰ 7 ਮਹੀਨੇ ਦਾ ਗਰਭ ਸੀ। ਬੱਚਾ ਹੋਣ ਦੀ ਸੂਰਤ ਵਿੱਚ ਪ੍ਰੇਮਿਕਾ ਨਾਲ ਵਿਆਹ ਕਰਵਾਉਣਾ ਮੁਸ਼ਕਿਲ ਹੋ ਜਾਣਾ ਸੀ। ਵਿਉਂਤ ਅਨੁਸਾਰ ਉਹ ਸਹੁਰੇ ਘਰੋਂ ਪਤਨੀ ਲੈਣ ਗਿਆ। ਉਹ ਆਪਣੀ ਕਾਰ ਵਿੱਚ ਉਹਨਾਂ ਦੋਹਾਂ ਬੰਦਿਆਂ ਨੂੰ ਨਹਿਰ ਦੇ ਪੁਲ ਕੋਲ ਉਤਾਰ ਗਿਆ। ਉਹਨਾਂ ਨੂੰ ਪੈਸੇ ਵੀ ਦਿੱਤੇ ਤੇ ਪਿਸਤੌਲ ਵੀ ਦਿੱਤਾ। ਪਤਨੀ ਨੂੰ ਕਾਰ ਵਿੱਚ ਲਿਆ ਰਿਹਾ ਸੀ। ਉਹਨਾਂ ਦੋਹਾਂ ਨੇ ਪਤਨੀ ਦਾ ਪਰਸ ਖੋਹਿਆ, ਪਤੀ ਤੋਂ ਵੀ ਪੈਸੇ ਲੁੱਟੇ ਤੇ ਪਤਨੀ ਦੇ ਪੇਟ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ। ਪਤੀ ਕਾਰ ਵਿੱਚ ਪਤਨੀ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਜਾਣ ਦੀ ਬਜਾਏ 20 ਕਿਲੋਮੀਟਰ ਦੂਰ ਹਸਪਤਾਲ ਵਿੱਚ ਹੌਲੀ-ਹੌਲੀ ਕਾਰ ਚਲਾ ਕੇ ਲੈ ਕੇ ਗਿਆ ਤਾਂ ਕਿ ਪਤਨੀ ਦਾ ਇੰਨਾ ਖੂਨ ਵਹਿ ਜਾਏ ਕਿ ਉਹ ਰਸਤੇ ਵਿੱਚ ਹੀ ਮਰ ਜਾਏ। ਜਦੋਂ ਤਫਤੀਸ਼ ਹੋਈ ਤਾਂ ਪਤੀ ਕੋਲ ਇਹਨਾਂ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਸੀ ਕਿ ਉਹ ਨੇੜਲੇ ਤੇ ਵੱਡੇ ਹਸਪਤਾਲ ਕਿਉਂ ਨਾ ਗਿਆ ਤੇ ਨਵੀਂ ਕਾਰ ਵਿੱਚ 20 ਕਿਲੋਮੀਟਰ ਦਾ ਸਫ਼ਰ ਉਹਨੇ 2 ਘੰਟੇ 'ਚ ਕਿਉਂ ਤੈਅ ਕੀਤਾ। ਪੁਲਿਸ ਨੇ ਜਦੋਂ ਸਖਤੀ ਕੀਤੀ ਤਾਂ ਸਾਰੀ ਕਹਾਣੀ ਬਾਹਰ ਆ ਗਈ। ਨੀਅਤ ਮਾੜੀ ਹੋਈ ਤਾਂ ਨਤੀਜੇ ਚੰਗੇ ਨਹੀਂ ਹੁੰਦੇ। ਧੰਨਵਾਦ। ਕਿਵੇਂ ਦੱਸੇ? ਫਰਾਂਸੀਸੀ ਸਮਾਜ ਦੀਆਂ ਚਿੰਤਾਵਾਂ ਬੜੀਆਂ ਅਜੀਬ ਹਨ। ਇੱਕ ਇਸਤਰੀ 16 ਸਾਲ ਤੋਂ ਕਿਸੇ ਨੂੰ ਪਿਆਰ ਕਰਦੀ ਸੀ, ਪਰ ਜਦੋਂ ਉਸ ਤੋਂ ਅੱਕ ਗਈ ਤਾਂ ਉਹਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਪਰ ਉਹਦੀ ਚਿੰਤਾ ਇਹ ਸੀ ਕਿ ਉਹ ਆਪਣੇ ਪ੍ਰੇਮੀ ਨੂੰ ਆਪਣੇ ਵਿਆਹ ਬਾਰੇ ਕਿਵੇਂ ਦੱਸੇ। ਧੰਨਵਾਦ। ਤੇਜ਼ੀ। ਅਜੋਕਾ ਮਨੁੱਖ ਪਹਿਲਾਂ ਨਾਲੋਂ ਤੇਜ਼ ਤੁਰਦਾ ਹੈ, ਤੇਜ਼ ਖਾਂਦਾ ਹੈ, ਤੇਜ਼ ਬੋਲਦਾ ਹੈ, ਸਭ ਕੁਝ ਤੇਜ਼ ਕਰਦਾ ਹੈ। ਹੁਣ ਮੌਸਮ ਵੀ ਤੇਜ਼ੀ ਨਾਲ ਬਦਲਦਾ ਹੈ, ਕੀਮਤਾਂ ਵੀ ਤੇਜ਼ੀ ਨਾਲ ਵੱਧਦੀਆਂ ਹਨ, ਕਾਰਾਂ ਵੀ ਤੇਜ਼ ਚੱਲਦੀਆਂ ਹਨ ਤੇ ਹਾਦਸੇ ਵੀ ਤੇਜ਼ੀ ਨਾਲ ਵਾਪਰਦੇ ਹਨ। ਹੁਣ ਪਿਆਰ ਪੈਂਦਾ ਵੀ ਤੇਜ਼ੀ ਨਾਲ ਹੈ ਤੇ ਟੁੱਟਦਾ ਵੀ ਤੇਜ਼ੀ ਨਾਲ, ਕਿਉਂਕਿ ਹੁਣ ਸਭ ਕੁਝ ਤੇਜ਼ੀ ਨਾਲ ਹੁੰਦਾ ਹੈ, ਸੋ ਭੱਠਾ ਵੀ ਤੇਜ਼ੀ ਨਾਲ ਬਹਿੰਦਾ ਹੈ। ਧੰਨਵਾਦ। ਸ਼ਾਂਤੀ ਤੇ ਧੀਰਜ।
ਸਪੀਨੋਜ਼ਾ ਬੜਾ ਪ੍ਰਸਿੱਧ ਫਿਲਾਸਫਰ ਹੋਇਆ ਹੈ। ਉਹਦੇ ਇੱਕ ਵਿਦਿਆਰਥੀ ਨੇ ਉਹਨੂੰ ਅਪਮਾਨਜਨਕ ਪੱਤਰ ਲਿਖਿਆ। ਸਪੀਨੋਜ਼ਾ ਨੇ ਕਈ ਮਹੀਨੇ ਉੱਤਰ ਨਾ ਦਿੱਤਾ। ਇਹਨਾਂ ਮਹੀਨਿਆਂ ਵਿੱਚ ਸਪੀਨੋਜ਼ਾ ਦਾ ਵਿਦਿਆਰਥੀ ਉੱਤਰ ਦੀ ਉਡੀਕ ਵਿੱਚ ਬੜਾ ਪਰੇਸ਼ਾਨ ਰਿਹਾ। ਉਹਦੇ ਮਨ ਵਿੱਚ ਕਈ ਪ੍ਰਕਾਰ ਦੇ ਭਾਵ ਉੱਠਦੇ ਰਹੇ ਤੇ ਵਿਚਾਰ ਆਉਂਦੇ ਰਹੇ। 6 ਮਹੀਨੇ ਨਾਲੋਂ ਵਧੇਰੇ ਸਮੇਂ ਮਗਰੋਂ ਸਪੀਨੋਜ਼ਾ ਨੇ ਸੰਖੇਪ ਪੱਤਰ ਲਿਖਿਆ। ਤੇਰੇ ਪੱਤਰ ਦਾ ਮੈਂ ਪਹਿਲਾਂ ਇਸ ਲਈ ਉੱਤਰ ਨਹੀਂ ਲਿਖਿਆ ਕਿਉਂਕਿ ਤੈਨੂੰ ਉੱਤਰ ਦੀ ਲੋੜ ਨਹੀਂ ਸੀ, ਸ਼ਾਂਤ ਹੋਣ ਦੀ ਲੋੜ ਸੀ। ਮੈਂ ਤਾਂ ਤੈਨੂੰ ਕੋਸਣਾ ਤੇ ਗਾਲਾਂ ਕੱਢਣੀਆਂ ਨਹੀਂ ਸਿਖਾਈਆਂ। ਤੂੰ ਆਪਣਾ ਅਧਿਆਪਕ ਬਦਲ ਲਿਆ ਲੱਗਦਾ ਹੈ। ਪਾਗਲ ਹੋਣ ਤੋਂ ਪਹਿਲਾਂ ਤੂੰ ਬੜੀਆਂ ਚੰਗੀਆਂ ਗੱਲਾਂ ਕਰਿਆ ਕਰਦਾ ਸੀ। ਕੋਈ ਵਿਅਕਤੀ ਨਿੱਘਰਦਾ ਉਦੋਂ ਹੈ ਜਦੋਂ ਆਪਣੀਆਂ ਘਾਟਾਂ ਲਈ ਹੋਰਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ ਹੈ। ਮੇਰੇ ਦੋਸਤਾਂ ਨੇ ਸਲਾਹ ਦਿੱਤੀ ਹੈ ਕਿ ਜੇ ਮੇਰਾ ਸ਼ਾਗਿਰਦ ਇੱਕ ਚੰਗਾ ਸ਼ਾਗਿਰਦ ਸਾਬਤ ਨਹੀਂ ਹੋਇਆ ਤਾਂ ਮੈਨੂੰ ਭੈੜਾ ਉਸਤਾਦ ਸਾਬਤ ਨਹੀਂ ਹੋਣਾ ਚਾਹੀਦਾ। ਜਿਸ ਰਾਜਸੀ ਪਾਰਟੀ ਵਿੱਚ ਵਧੇਰੇ ਆਗੂ ਹੁੰਦੇ ਹਨ, ਉਹ ਪਾਰਟੀ ਸਮੱਸਿਆਵਾਂ ਹੱਲ ਨਹੀਂ ਕਰਦੀ, ਨਿੱਤ ਨਵੇਂ ਝਗੜੇ ਸਿਰਜਦੀ ਹੈ। ਲੱਗਦਾ ਹੈ ਤੂੰ ਕਿਸੇ ਅਜਿਹੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਜੇ ਮਨ ਸ਼ਾਂਤ ਰਹੇ ਤਾਂ ਮੁਸ਼ਕਲਾਂ ਬਰਦਾਸ਼ਤ ਕਰਨੀਆਂ ਸੌਖੀਆਂ ਹੁੰਦੀਆਂ ਹਨ। ਮੈਂ ਤੇਰਾ ਪੱਤਰ ਸ਼ਾਂਤ ਮਨ ਨਾਲ ਪੜ੍ਹਿਆ ਹੈ। ਆਸ ਹੈ ਤੂੰ ਵੀ ਮੇਰਾ ਪੱਤਰ ਧੀਰਜ ਨਾਲ ਪੜ੍ਹੇਂਗਾ। ਧੰਨਵਾਦ। ਪਿਤਾ ਦੇ ਖੱਤ। ਲਾਰਡ ਚੈਸਟਰਫੀਲਡ ਇੰਗਲੈਂਡ ਦਾ ਗ੍ਰਹਿ ਮੰਤਰੀ ਸੀ। ਪਿਤਾ ਆਪਣੇ ਪੁੱਤਰ ਨੂੰ ਕਈ ਸਾਲ ਚੰਗਾ ਜੀਵਨ ਜਿਉਣ ਸੰਬੰਧੀ ਪੱਤਰ ਲਿਖਦਾ ਰਿਹਾ, ਪਰ ਪੁੱਤਰ ਵਿੱਚ ਪਿਤਾ ਪ੍ਰਤੀ ਧੰਨਵਾਦੀ ਹੋਣ ਦੀ ਸਮਰੱਥਾ ਨਹੀਂ ਸੀ। ਚੰਗਾ ਉਹ ਬਣਦਾ ਹੈ ਜਿਸ ਵਿੱਚ ਚੰਗਾ ਬਣਨ ਦੀ ਇੱਛਾ ਹੋਵੇ। ਪਿਤਾ ਦੇ ਪੁੱਤਰ ਨੂੰ ਲਿਖੇ ਖੱਤ ਵਿਸ਼ਵ ਸਾਹਿਤ ਦਾ ਭਾਗ ਹਨ, ਪਰ ਜਿਸ ਲਈ ਇਹ ਲਿਖੇ ਗਏ ਸਨ ਉਸਨੇ ਪਿਤਾ ਦੇ ਉਪਦੇਸ਼ਾਂ ਦੀਆਂ ਧੱਜੀਆਂ ਉਡਾਈਆਂ। ਉਸਨੇ ਪਿਤਾ ਨੂੰ ਦੱਸੇ ਬਿਨਾਂ ਵਿਆਹ ਕਰ ਲਿਆ ਤੇ ਆਪਣੇ ਵਿਆਹ ਬਾਰੇ ਪਿਤਾ ਨੂੰ ਹਨੇਰੇ 'ਚ ਰੱਖਿਆ। ਪਿਤਾ ਦੇ ਲਿਖੇ ਪੱਤਰ ਨਿੱਜੀ ਚਿੱਠੀ ਪੱਤਰ ਸਨ, ਪਰ ਪੁੱਤਰ ਨੇ ਛਾਪੇ ਤੇ ਇਹਨਾਂ ਪੱਤਰਾਂ ਦੀਆਂ ਪੁਸਤਕਾਂ ਵੇਚੀਆਂ। ਪੁੱਤਰ ਨੇ ਇਹੀ ਸਾਬਤ ਕੀਤਾ ਕਿ ਜ਼ਰੂਰੀ ਨਹੀਂ ਕਿ ਲਾਇਕ ਪਿਤਾ ਦਾ ਪੁੱਤਰ ਵੀ ਲਾਇਕ ਹੋਵੇ। ਉਸਨੇ ਪਿਤਾ ਦੀ ਮੌਤ 'ਤੇ ਇਕੱਤਰ ਹੋਏ ਪ੍ਰਸ਼ੰਸਕਾਂ ਨੂੰ ਉਹਦੇ ਪੱਤਰਾਂ ਦੇ ਸੰਗ੍ਰਹਿ ਵੇਚੇ। ਧੰਨਵਾਦ। ਜਨਮ। ਫਰਾਂਸ ਵਿੱਚ ਬਾਦਸ਼ਾਹਾਂ ਦੇ ਦੌਰ ਵਿੱਚ ਹਰੇਕ ਸੋਹਣੀ ਮੁਟਿਆਰ ਦਾ ਸਿਖਰਲਾ ਉਦੇਸ਼ ਬਾਦਸ਼ਾਹ ਦੀ ਰਖਿਆਲ ਬਣਨਾ ਹੁੰਦਾ ਸੀ। ਬਾਦਸ਼ਾਹਾਂ ਨੂੰ ਰਖਿਆਲਾਂ ਰੱਖਣ ਦੀ ਕਾਨੂੰਨੀ ਪ੍ਰਵਾਨਗੀ ਸੀ, ਪਰ ਗੱਦੀ 'ਤੇ ਬੈਠਣ ਦਾ ਅਧਿਕਾਰ ਮਹਾਰਾਣੀ ਦੇ ਜੰਮੇ ਬੱਚੇ ਨੂੰ ਹੀ ਸੀ। ਮਹਾਰਾਣੀ ਬੱਚੇ ਨੂੰ ਖੁੱਲ੍ਹੇ ਦਰਬਾਰ 'ਚ ਜਨਮ ਦਿੰਦੀ ਸੀ ਤਾਂ ਕਿ ਕੋਈ ਭਰਮ ਭੁਲੇਖਾ ਨਾ ਰਹੇ। ਧੰਨਵਾਦ। ਗੁਰੂ ਗੋਬਿੰਦ ਸਿੰਘ। ਪੁੱਤਰ ਹੋਣ ਵਿੱਚ ਵੀ ਉਹਨੇ ਸਾਬਤ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਸੀ। ਪੁੱਤਰਾਂ ਨੂੰ ਕੁਰਬਾਨ ਕਰਨ ਵਾਲਾ ਪਿਤਾ ਹੋਣ ਵਿੱਚ ਵੀ ਸਾਬਤ ਹੋਇਆ ਕਿ ਉਹ ਗੁਰੂ ਗੋਬਿੰਦ ਸਿੰਘ ਸੀ। ਭਾਈ ਘਨੱਈਏ ਨਾਲ ਵਰਤਾਅ ਕਰਦਿਆਂ ਵੀ ਸਾਬਤ ਕੀਤਾ ਕਿ ਉਹ ਗੁਰੂ ਗੋਬਿੰਦ ਸਿੰਘ ਸੀ। ਖਾਲਸੇ ਦੀ ਸਾਜਨਾ ਵੇਲੇ ਵੀ ਜੋ ਸਾਬਤ ਹੋਇਆ ਉਹ ਕੇਵਲ ਗੁਰੂ ਗੋਬਿੰਦ ਸਿੰਘ ਹੀ ਸਾਬਤ ਕਰ ਸਕਦਾ ਸੀ। ਉਹ ਸਭ ਪਾਸਿਓਂ ਗੁਰੂ ਗੋਬਿੰਦ ਸਿੰਘ ਸੀ। ਸਭ ਰੰਗਾਂ, ਸਭ ਅਰਥਾਂ, ਸਾਰੇ ਪੈਮਾਨਿਆਂ, ਸਾਰੀਆਂ ਸਿਖਰਾਂ ਤੇ ਸਾਰੀਆਂ ਡੂੰਘਾਣਾਂ ਉਸ ਨੂੰ ਗੁਰੂ ਗੋਬਿੰਦ ਸਿੰਘ ਹੀ ਸਿੱਧ ਕਰਦੀਆਂ ਸਨ। ਸੰਸਾਰ ਵਿੱਚ ਇੱਕ ਹੀ ਗੁਰੂ ਗੋਬਿੰਦ ਸਿੰਘ ਹੋਇਆ। ਸੰਸਾਰ ਨੂੰ ਇੱਕ ਹੀ ਗੁਰੂ ਗੋਬਿੰਦ ਸਿੰਘ ਦੀ ਲੋੜ ਸੀ। ਉਹ ਕਿਹੜੀ ਮੁਸੀਬਤ, ਮੁਸ਼ਕਿਲ, ਬਿਪਤਾ, ਮਾਯੂਸੀ, ਪਰੇਸ਼ਾਨੀ, ਉਦਾਸੀ, ਸੋਗ, ਸੰਕਟ ਅਤੇ ਘਾਟਾ ਸੀ ਜਿਸ ਦਾ ਗੁਰੂ ਗੋਬਿੰਦ ਸਿੰਘ ਨੇ ਸਾਹਮਣਾ ਨਹੀਂ ਕੀਤਾ। ਜਦੋਂ ਵੀ ਕਿਸੇ ਮੁਸੀਬਤ, ਮੁਸ਼ਕਿਲ ਤੇ ਸੰਕਟ ਤੋਂ ਭੈ ਆਵੇ ਤੇ ਮਨ ਕਿਸੇ ਵੀ ਪ੍ਰਕਾਰ ਦੀ ਢਹਿੰਦੀ ਕਲਾ 'ਚ ਹੋਵੇ ਤਾਂ ਸੋਚਣਾ ਕਿ ਗੁਰੂ ਗੋਬਿੰਦ ਸਿੰਘ ਨੇ ਇਹਦਾ ਕਿਵੇਂ ਟਾਕਰਾ ਕੀਤਾ ਸੀ। ਤੁਸੀਂ ਵੀ ਆਪਣੀ ਮੁਸ਼ਕਿਲ ਤੇ ਮੁਸੀਬਤ ਦਾ ਸਾਹਮਣਾ ਗੁਰੂ ਗੋਬਿੰਦ ਸਿੰਘ ਵਾਂਗ ਹੀ ਕਰਨਾ, ਕਿਉਂਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੀ ਸ਼ਾਬਾਸ਼ ਮਿਲੀ ਹੋਈ ਹੈ। ਤੁਹਾਡੇ ਨਾਂ ਨਾਲ ਲੱਗਿਆ ਕੌਰ ਤੇ ਸਿੰਘ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ। ਇਸ ਨੂੰ ਦਾਗ ਨਹੀਂ ਲੱਗਣਾ ਚਾਹੀਦਾ, ਇਸ ਨੂੰ ਮੈਲਾ ਨਹੀਂ ਹੋਣ ਦੇਣਾ। ਧੰਨਵਾਦ। ਨਾਟਕ। ਨਿੰਦਕ ਹਰ ਥਾਂ ਹੁੰਦੇ ਹਨ। ਇੱਕ ਵਾਰੀ ਪ੍ਰੀਤ ਨਗਰ ਵਿੱਚ ਪ੍ਰੀਤ ਮਿਲਣੀ ਸਮੇਂ
ਰਾਜਕੁਮਾਰੀ ਲਤਿਕਾ ਨਾਂ ਦਾ ਨਾਟਕ ਖੇਡਿਆ ਗਿਆ, ਜਿਸ ਵਿੱਚ ਰਾਜਕੁਮਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਤਰ ਨਵਤੇਜ ਬਣਿਆ ਤੇ ਰਾਜਕੁਮਾਰੀ ਦੀ ਭੂਮਿਕਾ ਨਿਭਾਉਣ ਵਾਲੀ ਕੋਈ ਲੜਕੀ ਨਾ ਮਿਲਣ ਕਾਰਨ ਭੈਣ ਉਰਮਿਲਾ ਰਾਜਕੁਮਾਰੀ ਬਣੀ। ਨਾਟਕ ਵਿੱਚ ਪਿਆਰ ਦੇ ਕੁਝ ਦ੍ਰਿਸ਼ ਸਨ। ਉੱਥੇ ਵਾਵਰੋਲਾ ਖੜਾ ਹੋ ਗਿਆ ਕਿ ਭੈਣ ਭਰਾ ਨੂੰ ਪ੍ਰੇਮੀ ਪ੍ਰੇਮਿਕਾ ਦੇ ਰੂਪ 'ਚ ਕਿਉਂ ਪੇਸ਼ ਕੀਤਾ ਗਿਆ ਸੀ। ਧੰਨਵਾਦ। ਚਿੰਤਾ ਨਹੀਂ, ਚਿੰਤਾਵਾਂ। ਹੁਣ ਅਸੀਂ ਇੱਕ ਚਿੰਤਾ ਨਹੀਂ ਕਰਦੇ, ਚਿੰਤਾਵਾਂ ਦੀ ਲੜੀ ਉਸਾਰ ਲੈਂਦੇ ਹਾਂ। ਇੱਕ ਪਤਨੀ ਨੇ ਵਿਆਹ 'ਤੇ ਜਾਣਾ ਸੀ। ਕਾਰ 'ਚ ਬਹਿ ਕੇ ਪਤਨੀ ਨੂੰ ਚਿੰਤਾ ਹੋਈ ਕਿ ਸ਼ਾਇਦ ਗੁਸਲਖਾਨੇ ਦਾ ਨਲਕਾ ਚੱਲਦਾ ਰਹਿ ਗਿਆ। ਪਤੀ ਨੂੰ ਭੇਜਿਆ ਕਿ ਵੇਖ ਕੇ ਆਵੇ, ਜੇ ਚੱਲਦਾ ਹੋਏ ਤੇ ਬੰਦ ਕਰ ਆਵੇ। ਵਾਪਸ ਮੁੜ ਕੇ ਜਦੋਂ ਪਤੀ ਕਾਰ 'ਚ ਬਹਿਣ ਲੱਗਾ ਤਾਂ ਪਤਨੀ ਨੇ ਕਿਹਾ, ਮੇਰਾ ਗਹਿਣਿਆਂ ਵਾਲਾ ਡੱਬਾ ਡਰੈਸਿੰਗ ਟੇਬਲ 'ਤੇ ਰਹਿ ਗਿਆ, ਅਲਮਾਰੀ 'ਚ ਰੱਖ ਕੇ ਆਓ। ਪਤੀ ਨੇ ਕਿਹਾ, ਤੂੰ ਆਪ ਜਾ। ਹਾਏ, 4 ਮੰਜ਼ਲਾਂ ਚੜ੍ਹਦਿਆਂ ਤਾਂ ਪਸੀਨੇ ਨਾਲ ਮੇਰਾ ਬੁਰਾ ਹਾਲ ਹੋ ਜਾਏਗਾ। ਜਾਓ ਜਾਓ। ਪਤੀ ਜਦੋਂ ਵਾਪਸ ਆਇਆ ਤਾਂ ਪਤਨੀ ਨੂੰ ਕਿਹਾ, ਪਰਸ ਵਿੱਚੋਂ ਵਿਆਹ ਦਾ ਕਾਰਡ ਦੇਵੇ, ਉਸ ਉੱਤੇ ਪਹੁੰਚਣ ਦਾ ਨਕਸ਼ਾ ਛਪਿਆ ਹੋਇਆ। ਹਾਏ ਹਾਏ, ਉਹ ਤਾਂ ਮੇਰੇ ਸਿਰਹਾਣੇ ਥੱਲੇ ਪਿਆ, ਜਾਓ ਲੈ ਆਓ। ਪਤੀ ਨੇ ਕਿਹਾ, ਤੂੰ ਆਪ ਲਿਆ। ਹਾਏ ਹਾਏ, ਮੈਂ ਬਿਊਟੀ ਪਾਰਲਰ ਤੋਂ ਮੇਕਅਪ ਕਰਵਾ ਕੇ ਆਈ ਹਾਂ, ਸਾਰਾ ਖਰਾਬ ਹੋ ਜਾਏਗਾ, ਜਾਓ ਪਲੀਜ਼। ਪਤੀ ਗਿਆ ਤੇ ਉਹਨੇ ਕਾਰਡ ਵੇਖ ਕੇ ਪਤਨੀ ਨੂੰ ਫੋਨ ਕੀਤਾ, ਵਿਆਹ ਅੱਜ ਨਹੀਂ ਕੱਲ੍ਹ ਹੈ। ਅੱਛਾ, ਆਓ ਨਾ, ਕਾਰ ਪਾਰਕ ਨਹੀਂ ਕਰੋਗੇ? ਧੰਨਵਾਦ। ਸੰਗੀਤ ਦੀ ਤਾਕਤ। ਇੱਕ ਪਾਕ ਬਦਮਾਸ਼ਾਂ, ਜੂਏਬਾਜ਼ਾਂ, ਲਫੰਗਿਆਂ, ਨਸ਼ੇੜੀਆਂ ਦਾ ਅੱਡਾ ਬਣ ਗਿਆ ਸੀ। ਆਲੇ ਦੁਆਲੇ ਰਹਿੰਦੇ ਕੁਝ ਸੇਵਾ ਮੁਕਤ ਸਿਆਣੇ ਵਿਅਕਤੀਆਂ ਨੇ ਰਲ ਕੇ ਪਾਰਕ ਵਿੱਚ ਲਾਊਡ ਸਪੀਕਰਾਂ ਰਾਹੀਂ ਸੂਖਮ ਤੇ ਸੁਖਾਵੇਂ ਸੰਗੀਤ ਦਾ ਪ੍ਰਬੰਧ ਕੀਤਾ। ਮਨ ਨੂੰ ਸਕੂਨ ਦੇਣ ਵਾਲੀਆਂ ਮਿੱਠੀਆਂ ਧੁਨਾਂ ਕਾਰਨ ਲੋਕ ਸੈਰ ਲਈ, ਟਹਿਲਣ ਲਈ, ਮਿਲਣ ਮਿਲਾਉਣ ਲਈ ਆਉਣ ਲੱਗ ਪਏ ਤੇ ਉਹੀ ਪਾਰਕ ਸ਼ਰੀਫਾਂ ਤੇ ਸੋਹਣਿਆਂ ਦੀ ਸੈਰਗਾਹ ਬਣ ਗਿਆ। ਹੋਰ ਤਾਂ ਹੋਰ ਬਦਮਾਸ਼, ਜੂਏਬਾਜ਼, ਲਫੰਗੇ ਵੀ ਸੁਧਰ ਗਏ। ਇਹ ਸੰਗੀਤ ਦੀ ਤਾਕਤ ਸੀ, ਇਹ ਇੱਕ ਸਿਆਣੇ ਦਿਮਾਗ ਦੀ ਵਿਉਂਤ ਸੀ। ਧੰਨਵਾਦ। ਫਿਲਮਾਂ। ਦੇਵਦਾਸ ਪਹਿਲਾ ਭਾਰਤੀ ਨਾਵਲ ਤੇ ਕਿਸੇ ਨਾਵਲ 'ਤੇ ਬਣੀ ਫਿਲਮ ਸੀ, ਜਿਸ ਵਿੱਚ ਨਾਇਕ ਨੂੰ ਸ਼ਰਾਬ ਪੀਂਦਿਆਂ ਵਿਖਾਇਆ ਗਿਆ ਸੀ। ਇਹ ਉਸ ਸਮੇਂ ਬੜੀ ਵੱਡੀ ਗੱਲ ਸੀ। ਨਾਨਕ ਸਿੰਘ ਨੇ ਇਸ ਨਾਵਲ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ 'ਚ ਨਾਵਲ ਪਵਿੱਤਰ ਪਾਪੀ ਲਿਖਿਆ, ਪਰ ਪੰਜਾਬੀ ਸਮਾਜ ਅਜੇ ਕਿਸੇ ਸ਼ਰਾਬ ਪੀਣ ਵਾਲੇ ਨੂੰ ਨਾਇਕ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਸੋ ਨਾਨਕ ਸਿੰਘ ਨੇ ਨਾਵਲ ਦੇ ਨਾਇਕ ਕੇਦਾਰ ਨੂੰ ਕਾਹਵਾ ਸ਼ਰਾਬ ਵਾਂਗ ਪੀਂਦਿਆਂ ਤੇ ਕਾਹਵੇ ਦੇ ਸਰੀਰ ਉੱਤੇ ਅਸਰ ਨੂੰ ਸ਼ਰਾਬ ਦੇ ਅਸਰ ਵਾਂਗ ਵਿਖਾਇਆ ਸੀ। ਨਾਨਕ ਸਿੰਘ ਆਪਣੇ ਨਾਵਲ ਵਿੱਚ ਕੇਦਾਰ ਤੇ ਪ੍ਰੇਮਿਕਾ ਵੀਣਾ ਦੋਹਾਂ ਨੂੰ ਅੰਤ 'ਤੇ ਮਾਰ ਦਿੰਦਾ ਹੈ, ਪਰ ਫਿਲਮ ਦੇ ਨਿਰਦੇਸ਼ਕ ਨੇ ਕੇਵਲ ਕੇਦਾਰ ਨੂੰ ਹੀ ਮਰਦਿਆਂ ਵਿਖਾਇਆ ਹੈ। ਕਿਸੇ ਨੇ ਨਿਰਦੇਸ਼ਕ ਨੂੰ ਪੁੱਛਿਆ, ਤੁਸੀਂ ਤਾਂ ਨਾਵਲ ਦਾ ਅੰਤ ਹੀ ਬਦਲ ਦਿੱਤਾ ਹੈ। ਨਿਰਦੇਸ਼ਕ ਨੇ ਦੱਸਿਆ, ਜੇ ਦੋਹਾਂ ਨੂੰ ਮਾਰ ਦਿੰਦਾ ਤਾਂ ਇੰਨਾ ਵਧੇਰੇ ਸਦਮਾ ਤੇ ਦੁਖਾਂਤ ਦਰਸ਼ਕਾਂ ਨੇ ਬਰਦਾਸ਼ਤ ਨਹੀਂ ਸੀ ਕਰ ਸਕਣਾ। ਧੰਨਵਾਦ। 40 ਸਾਲ। ਜਵਾਨ ਨਾਵਲਕਾਰ ਕੋਲ ਆਪਣੇ ਕੁਝ ਵਰ੍ਹਿਆਂ ਦੇ ਅਨੁਭਵ ਹੀ ਹੁੰਦੇ ਹਨ। ਉਹ ਅਜੇ ਕਿਸੇ ਵੀ ਹੋਰ ਸਮੇਂ ਤੇ ਖੇਤਰ ਬਾਰੇ ਲਿਖਣ ਦੇ ਯੋਗ ਨਹੀਂ ਹੁੰਦਾ। ਜਿਸ ਸਮੇਂ ਬਾਰੇ ਉਹਨੇ ਲਿਖਣਾ ਹੁੰਦਾ ਹੈ, ਉਸ ਤੋਂ ਫਾਸਲਾ ਹੋਣਾ ਜ਼ਰੂਰੀ ਹੁੰਦਾ ਹੈ। ਜਿਵੇਂ ਪਹਾੜ ਨੂੰ ਫਾਸਲੇ ਤੋਂ ਹੀ ਵੇਖਿਆ ਜਾ ਸਕਦਾ ਹੈ, ਫੋਟੋ ਖਿੱਚਣ ਵੇਲੇ ਫੋਟੋਗ੍ਰਾਫਰ ਦਾ ਫਾਸਲੇ 'ਤੇ ਖਲੋਤਾ ਹੋਣਾ ਜ਼ਰੂਰੀ ਹੁੰਦਾ ਹੈ। ਕੁਝ ਯਾਦਾਂ ਦੇ ਆਧਾਰ 'ਤੇ ਨਾਵਲ ਨਹੀਂ ਲਿਖਿਆ ਜਾ ਸਕਦਾ। ਇੱਕ ਜਵਾਨ ਇਸਤਰੀ ਨੇ ਜਦੋਂ ਨਾਵਲ ਲਿਖਣਾ ਆਰੰਭ ਕੀਤਾ ਤਾਂ ਉਹਨੂੰ ਜਲਦੀ ਮਹਿਸੂਸ ਹੋਇਆ ਕਿ ਮੈਂ ਅਜੇ ਇੰਨੀ ਜ਼ਿੰਦਗੀ ਨਹੀਂ ਜੀਵੀ ਕਿ ਮੈਂ ਨਾਵਲ ਲਿਖ ਸਕਾਂ। ਪੁਰਾਣੇ ਚੀਨ ਵਿੱਚ 40 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਨੂੰ ਪੁਸਤਕ ਛਪਵਾਉਣ ਦੀ ਆਗਿਆ ਨਹੀਂ ਸੀ। ਧੰਨਵਾਦ। ਹਾਰ। ਅਸਫਲਤਾ ਹਾਰ ਨਹੀਂ ਹੁੰਦੀ। ਅਸਫਲਤਾ ਇਸ ਗੱਲ ਦੀ ਸੂਚਕ ਹੁੰਦੀ ਹੈ ਕਿ ਕੰਮ ਕਰਨ ਦਾ ਸਾਡਾ ਢੰਗ ਸਹੀ ਨਹੀਂ ਸੀ। ਕੰਮ ਕਰਨ ਦਾ ਦੂਜਾ, ਤੀਜਾ, ਚੌਥਾ ਢੰਗ ਵੀ ਹੁੰਦਾ ਹੈ। ਸਾਡੀ ਅਸਫਲਤਾ ਹਾਰ ਉਦੋਂ ਬਣ ਜਾਂਦੀ ਹੈ ਜਦੋਂ ਅਸੀਂ ਦੂਜਾ, ਤੀਜਾ ਆਦਿ ਢੰਗ ਵਰਤਦੇ ਹੀ ਨਹੀਂ। ਧੰਨਵਾਦ। ਅਗਿਆਨ ਦੀ ਸੋਝੀ।
ਪ੍ਰੋਫੈਸਰਾਂ ਦੀ ਇੱਕ ਟੋਲੀ ਇੱਕ ਬੋਧੀ ਮੱਠ ਵਿੱਚ ਗਈ। ਪ੍ਰੋਫੈਸਰਾਂ ਨੂੰ ਆਪਣੇ ਗਿਆਨ ਦਾ ਮਾਣ ਹੁੰਦਾ ਹੈ। ਮੱਠ ਦੇ ਸੰਤ ਨੇ ਉਹਨਾਂ ਦਾ ਸਵਾਗਤ ਕੀਤਾ, ਨਿਮਰਤਾ ਵਾਲਾ ਵਿਹਾਰ ਕੀਤਾ, ਪਰ ਉਹਨਾਂ ਦੇ ਕਿਸੇ ਪ੍ਰਸ਼ਨ ਦਾ ਉੱਤਰ ਨਾ ਦਿੱਤਾ, ਕਿਉਂਕਿ ਪ੍ਰੋਫੈਸਰ ਕੁਝ ਜਾਣਨ ਸਿੱਖਣ ਲਈ ਨਹੀਂ, ਬਹਿਸ ਕਰਨ ਲਈ ਆਏ ਸਨ। ਮੱਠ ਦਾ ਸੰਤ ਬਹਿਸ ਨਹੀਂ ਸੀ ਕਰਨਾ ਚਾਹੁੰਦਾ, ਕਿਉਂਕਿ ਖੂਹ ਦੇ ਡੱਡੂਆਂ ਨਾਲ ਸਮੁੰਦਰ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ। ਦੋਵੇਂ ਇੱਕ ਦੂਜੇ ਨੂੰ ਡੱਡੂ ਸਾਬਤ ਕਰਨ 'ਚ ਰੁੱਝ ਜਾਂਦੇ ਹਨ। ਆਪਣੇ ਆਪਣੇ ਸੰਕਲਪਾਂ ਵਿੱਚ ਸੀਮਤ ਅਤੇ ਸਿਧਾਂਤਾਂ ਵਿੱਚ ਕੈਦ ਵਿਅਕਤੀ ਗੱਲਬਾਤ ਨਹੀਂ ਕਰ ਸਕਦੇ, ਬਹਿਸ ਹੀ ਕਰ ਸਕਦੇ ਹਨ। ਜਦੋਂ ਤੱਕ ਆਪਣੇ ਅਗਿਆਨ ਦੀ ਸੋਝੀ ਨਾ ਹੋਵੇ, ਅਰਥਪੂਰਨ ਗੱਲਬਾਤ ਸੰਭਵ ਨਹੀਂ ਹੁੰਦੀ। ਸੰਗੀਤ ਦੀ ਤਾਕਤ। ਬੀਥੋਵਨ, ਮੋਜ਼ਾਰਟ ਆਦਿ ਆਪਣੇ ਸਮਿਆਂ ਦੇ ਸੰਗੀਤ ਦੇ ਮਹਾਨਾਇਕ ਸਨ। ਇਹ ਕਿਸੇ ਇੱਕ ਦੇਸ਼ ਦੇ ਨਹੀਂ, ਸਾਰੀ ਮਾਨਵ ਜਾਤੀ ਦੇ ਪਿਆਰੇ ਸਨ। ਇਹਨਾਂ ਦੇ ਯੋਗਦਾਨ 'ਤੇ ਵਿਸ਼ਵ ਮਾਣ ਕਰਦਾ ਹੈ। ਯੂਰਪ ਦੇ ਬਾਦਸ਼ਾਹ ਆਪਣੇ ਦੇਸ਼ਾਂ ਦੇ ਨਕਸ਼ੇ ਬਦਲਣ ਲਈ ਤਿਆਰ ਸਨ ਤਾਂ ਕਿ ਬੀਥੋਵਨ ਦਾ ਜਾਂ ਮੋਜ਼ਾਰਟ ਦਾ ਘਰ ਉਹਨਾਂ ਦੇ ਦੇਸ਼ ਆ ਜਾਵੇ। ਧੰਨਵਾਦ। ਮਦਰ ਟੈਰੇਸਾ। ਮਦਰ ਟੈਰੇਸਾ ਕੋਲ ਲੋਕ ਆ ਕੇ ਕੁਝ ਕਰਨ ਬਾਰੇ ਸਲਾਹਾਂ ਪੁੱਛਦੇ ਰਹਿੰਦੇ ਸਨ। ਇੱਕ ਵਿਅਕਤੀ ਨੇ ਕਿਹਾ, ਮੈਂ ਕੁਝ ਵੱਡਾ ਕਰਨਾ ਚਾਹੁੰਦਾ, ਸਕੂਲ ਖੋਲ੍ਹਾਂ, ਧਾਰਮਿਕ ਸਥਾਨ ਉਸਾਰਾਂ, ਹਸਪਤਾਲ ਖੋਲ੍ਹਾਂ ਜਾਂ ਦਾਨ ਪੁੰਨ ਕਰਾਂ। ਮਦਰ ਟੈਰੇਸਾ ਸੰਸਾਰ ਭਰ ਦੇ ਲੋਕਾਂ ਨੂੰ ਮਿਲੀ ਹੋਈ ਸੀ। ਉਹ ਪੁੱਛਣ ਵਾਲੇ ਦੀ ਅਸਲ ਭਾਵਨਾ ਸਮਝ ਆਉਂਦੀ ਸੀ। ਇਸ ਵਿਅਕਤੀ ਨਾਲ ਗੱਲਾਂ ਕਰਦਿਆਂ ਉਹਨੇ ਵੇਖਿਆ ਕਿ ਉਸ ਵਿੱਚ ਕੁਝ ਕਰਨ ਦੀ ਭਾਵਨਾ ਨਹੀਂ ਸੀ। ਉਹ ਕਿਸੇ ਤਰ੍ਹਾਂ ਪ੍ਰਸਿੱਧ ਹੋਣਾ ਚਾਹੁੰਦਾ ਸੀ। ਉਹਨੂੰ ਜਵਾਬ ਦਿੰਦਿਆਂ ਮਦਰ ਟੈਰੇਸਾ ਨੇ ਕਿਹਾ, ਤੁਹਾਡੇ ਦੱਸੇ ਹੋਏ ਸਾਰੇ ਕਾਰਜਾਂ 'ਤੇ ਖਰਚ ਹੋਏਗਾ। ਖਰਚੀਲੇ ਕਾਰਜ ਕਰਨ ਤੋਂ ਪਹਿਲਾਂ ਕੁਝ ਹੋਰ ਕਾਰਜ ਕਰੋ। ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨੂੰ ਪਿਆਰ ਕਰਨ ਨਾਲ ਆਰੰਭ ਕਰੋ। ਧੰਨਵਾਦ। ਜੀਵਨ ਦਾ ਧੁਰਾ। ਤੁਹਾਡਾ ਜੀਵਨ ਤੁਹਾਡੇ ਅਫਸਰ, ਦਫ਼ਤਰ ਜਾਂ ਬ੍ਰਾਂਚ ਬਦਲਣ ਨਾਲ ਨਹੀਂ ਬਦਲੇਗਾ। ਜੀਵਨ ਸਾਥੀ ਜਾਂ ਮਕਾਨ ਜਾਂ ਸ਼ਹਿਰ ਬਦਲਣ ਨਾਲ ਵੀ ਨਹੀਂ ਬਦਲੇਗਾ। ਆਪਣੇ ਜੀਵਨ ਦਾ ਧੁਰਾ ਤੁਸੀਂ ਆਪ ਹੋ। ਤੁਹਾਡਾ ਜੀਵਨ ਉਦੋਂ ਬਦਲੇਗਾ ਜਦੋਂ ਤੁਸੀਂ ਬਦਲੋਗੇ। ਇਹ ਉਦੋਂ ਬਦਲੇਗਾ ਜਦੋਂ ਆਪਣੀ ਜ਼ਿੰਮੇਵਾਰੀ ਤੁਸੀਂ ਆਪ ਚੁੱਕੋਗੇ। ਜਦੋਂ ਗਲਤੀ ਹੋਣ ਦੀ ਸੂਰਤ ਵਿੱਚ ਤੁਸੀਂ ਕਿਸੇ ਹੋਰ ਨੂੰ ਦੋਸ਼ ਨਹੀਂ ਦਿਓਗੇ। ਤੁਸੀਂ ਆਪਣੀ ਸਭ ਤੋਂ ਵੱਡੀ ਰੁਕਾਵਟ ਹੋ। ਤੁਸੀਂ ਆਪ ਹੀ ਆਪਣਾ ਰਾਹ ਰੋਕਿਆ ਹੋਇਆ ਹੈ। ਇੱਕ ਵਾਰੀ ਮੁਨਾਦੀ ਕਰਵਾਈ ਗਈ ਕਿ ਜਿਹੜਾ ਤੁਹਾਡੇ ਵਿਕਾਸ ਵਿੱਚ ਰੋੜਾ ਅਟਕਾ ਰਿਹਾ ਸੀ, ਉਹ ਮਰ ਗਿਆ ਹੈ। ਅੱਜ ਉਸ ਦੇ ਦਫਨਾਉਣ ਵਿੱਚ ਸ਼ਾਮਲ ਹੋਵੋ। ਹਰ ਕੋਈ ਸੋਚ ਰਿਹਾ ਸੀ, ਹਾਂ ਮੇਰਾ ਵਿਕਾਸ ਰੁਕਿਆ ਹੋਇਆ ਹੈ, ਪਰ ਕੌਣ ਮੇਰਾ ਵਿਕਾਸ ਰੋਕ ਰਿਹਾ ਸੀ? ਕਬਰਿਸਤਾਨ ਵਿੱਚ ਤਾਬੂਤ ਪਿਆ ਸੀ। ਹਰ ਕੋਈ ਢੱਕਣ ਖੋਲ੍ਹ ਕੇ ਵੇਖ ਕੇ ਚੁੱਪ ਹੋ ਜਾਂਦਾ ਸੀ। ਤਾਬੂਤ ਵਿੱਚ ਵੱਡਾ ਸ਼ੀਸ਼ਾ ਲੱਗਿਆ ਹੋਇਆ ਸੀ। ਹਰ ਕਿਸੇ ਨੂੰ ਆਪਣਾ ਚਿਹਰਾ ਦਿਸਦਾ ਸੀ। ਧੰਨਵਾਦ। ਸੰਤ। ਇੱਕ ਇਸਤਰੀ ਇੱਕ ਸੰਤ ਕੋਲ ਗਈ। ਸੰਤ ਸਧਾਰਨ ਲੋਕਾਂ ਨੂੰ ਪਿਆਰ ਕਰਦਾ ਸੀ। ਉਹਨਾਂ ਦੀਆਂ ਸਮੱਸਿਆਵਾਂ ਦੇ ਸਧਾਰਨ ਹੱਲ ਦੱਸਦਾ ਸੀ। ਉਹ ਪਵਿੱਤਰਤਾ ਦੇ ਉਪਦੇਸ਼ ਨਹੀਂ ਸੀ ਦਿੰਦਾ। ਇਸਤਰੀ ਨੇ ਪੁੱਛਿਆ, ਕੁਝ ਵਿਆਹ ਬਾਰੇ ਦੱਸੋ। ਸੰਤ ਨੇ ਕਿਹਾ, ਕਿਸੇ ਸੰਤ ਨਾਲ ਵਿਆਹ ਨਾ ਕਰਾਈ। ਕਿਉਂ ਜੀ? ਇਸ ਲਈ ਨਾ ਕਰਾਈ ਕਿਉਂਕਿ ਉਹ ਆਪਣੇ ਉਪਦੇਸ਼ਾਂ ਨਾਲ ਤੈਨੂੰ ਵਿਧਵਾ ਬਣਾ ਦੇਵੇਗਾ। ਧੰਨਵਾਦ। ਕੰਮ ਦੀ ਪੱਧਰ। ਅਧਿਆਪਕ ਸਮਝਾ ਰਿਹਾ ਸੀ, ਜੋ ਕੁਝ ਕਰਨਾ ਹੈ ਉਹ ਅੱਵਲ ਦਰਜੇ ਦਾ ਕਰਨਾ ਹੈ। ਦੂਜੀ ਤੀਜੀ 'ਚ ਨਹੀਂ, ਪਹਿਲੀ ਕਤਾਰ ਵਿੱਚ ਬੈਠਣਾ ਹੈ। ਆਗੂ ਹੀ ਨਹੀਂ ਬਣਨਾ, ਪ੍ਰੇਰਨਾ ਦੇਣ ਵਾਲਾ ਆਗੂ ਬਣਨਾ ਹੈ। ਵਪਾਰ ਹੀ ਨਹੀਂ ਕਰਨਾ, ਵਪਾਰ ਦਾ ਮਾਡਲ ਵੀ ਸਥਾਪਿਤ ਕਰਨਾ ਹੈ। ਨੌਕਰੀ ਹੀ ਨਹੀਂ ਲੈਣੀ, ਨੌਕਰੀ ਨੂੰ ਵੱਡਾ ਅਹੁਦਾ ਵੀ ਬਣਾਉਣਾ ਹੈ। ਹੋਰਾਂ ਨੂੰ ਪੜ੍ਹਾਉਣਾ ਹੀ ਨਹੀਂ, ਆਪਣੀ ਛਾਪ ਵੀ ਲਾਉਣੀ ਹੈ। ਲੇਖਕ ਹੀ ਨਹੀਂ ਬਣਨਾ, ਜ਼ਿੰਦਗੀਆਂ ਬਦਲਣੀਆਂ ਹਨ। ਬੱਚੇ ਹੀ ਨਹੀਂ ਪਾਲਣੇ, ਨਮੂਨੇ ਦੇ ਇਨਸਾਨ ਸਿਰਜਣੇ ਹਨ। ਆਪਣੀਆਂ ਸਮੱਸਿਆਵਾਂ ਹੀ ਹੱਲ ਨਹੀਂ ਕਰਨੀਆਂ, ਹੋਰਾਂ ਨੂੰ ਹੋਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯੋਗ ਵੀ ਬਣਾਉਣਾ ਹੈ। ਕੋਈ ਵੀ ਕਾਰਜ ਕਰਨਾ ਹੈ, ਉਸ ਕਾਰਜ ਦੀ ਪੱਧਰ ਨੂੰ ਉੱਚਾ ਚੁੱਕਣਾ ਹੈ, ਉਸ ਨੂੰ ਮਹੱਤਵਪੂਰਨ ਬਣਾਉਣਾ ਹੈ।
ਧੰਨਵਾਦ। ਅਨੁਭਵ। ਦੋ ਸਹੇਲੀਆਂ ਗੱਲਾਂ ਕਰ ਰਹੀਆਂ ਸਨ। ਮੇਰੀ ਕੱਲ੍ਹ ਸ਼ਾਮ ਬੜੀ ਯਾਦਗਾਰੀ ਸੀ। ਤੇਰੀ ਕਿਹੋ ਜਿਹੀ ਸੀ? ਮੇਰੀ ਸ਼ਾਮ ਤਾਂ ਬੜੀ ਅਕਾਊ ਸੀ। ਪਤੀ ਆਇਆ, 3 ਮਿੰਟ ਵਿੱਚ ਉਹਨੇ ਡਿਨਰ ਕੀਤਾ ਅਤੇ ਅਗਲੇ 2 ਮਿੰਟ ਵਿੱਚ ਉਹ ਸੌਂ ਵੀ ਗਿਆ। ਤੇਰੀ ਸ਼ਾਮ ਕਿਵੇਂ ਗੁਜ਼ਰੀ? ਮੇਰੀ ਸ਼ਾਮ ਤਾਂ ਬੜੀ ਰੋਮਾਂਟਿਕ ਸੀ। ਉਹ ਘਰ ਆਏ ਅਤੇ ਮੈਨੂੰ ਇੱਕ ਵਧੀਆ ਹੋਟਲ ਵਿੱਚ ਖਾਣੇ ਲਈ ਲੈ ਗਏ। ਖਾਣੇ ਤੋਂ ਮਗਰੋਂ ਅਸੀਂ ਟਹਿਲਦੇ ਰੋਮਾਂਟਿਕ ਗੱਲਾਂ ਕਰਦੇ ਘਰ ਪਹੁੰਚ ਗਏ। ਪਤੀ ਨੇ ਸਾਰੇ ਘਰ ਵਿੱਚ ਮੋਮਬੱਤੀਆਂ ਬਾਲ ਕੇ ਸੁਪਨਈ ਦ੍ਰਿਸ਼ ਸਿਰਜ ਦਿੱਤਾ। ਉਹਨਾਂ ਦੇ ਪਤੀ ਵੀ ਗੱਲਾਂ ਕਰ ਰਹੇ ਸਨ। ਸ਼ਾਮ ਕਿਹੋ ਜਿਹੀ ਗੁਜ਼ਰੀ? ਬਹੁਤ ਵਧੀਆ। ਘਰ ਪਹੁੰਚਿਆ, ਥੱਕਿਆ ਹੋਇਆ ਸੀ। ਖਾਣਾ ਮੇਜ਼ 'ਤੇ ਲੱਗਿਆ ਸੀ। ਮਿੰਟਾਂ 'ਚ ਖਾ ਲਿਆ, ਝੱਟ ਨੀਂਦਰ ਆ ਗਈ। ਤੂੰ ਆਪਣੀ ਸੁਣਾ। ਤੈਨੂੰ ਕੀ ਦੱਸਾਂ। ਸ਼ਾਮ ਨੇ ਇੱਕ ਝੂਮਰ ਕੱਢ ਦਿੱਤਾ। ਬਿਜਲੀ ਦਾ ਬਿੱਲ ਨਹੀਂ ਸੀ ਭਰਾਇਆ। ਕੁਨੈਕਸ਼ਨ ਕੱਟਿਆ ਗਿਆ ਸੀ। ਬਿਜਲੀ ਨਾ ਹੋਣ ਕਰਕੇ ਪਤਨੀ ਨੇ ਖਾਣਾ ਹੀ ਨਹੀਂ ਸੀ ਬਣਾਇਆ। ਖਾਣਾ ਖਾਣ ਵਾਸਤੇ ਇੱਕ ਨਵੇਂ ਖੁੱਲ੍ਹੇ ਹੋਟਲ 'ਚ ਗਏ। ਖਾਣਾ ਇੰਨਾ ਮਹਿੰਗਾ ਸੀ ਕਿ ਜੇਬ ਵਿਚਲੇ ਸਾਰੇ ਪੈਸੇ ਲੱਗ ਗਏ। ਵਾਪਸ ਆਉਣ ਲਈ ਆਟੋ ਦਾ ਕਿਰਾਇਆ ਵੀ ਨਹੀਂ ਸੀ। ਪੈਦਲ ਹੀ ਤੁਰਨਾ ਪਿਆ। ਘਰ ਪਹੁੰਚੇ, ਹਨੇਰਾ ਸੀ। ਸਾਰੇ ਘਰ ਵਿੱਚੋਂ 3 ਮੋਮਬੱਤੀਆਂ ਲੱਭ ਕੇ ਬਾਲੀਆਂ। ਹਰ ਕਿਸੇ ਦਾ ਅਨੁਭਵ ਵੱਖਰਾ ਹੁੰਦਾ ਹੈ। ਧੰਨਵਾਦ। ਫਰਕ। ਇੱਕ ਵਾਰੀ ਸਿਕੰਦਰ ਦੇ ਮਹਿਲ ਵਿੱਚ ਡਾਇਓਜਨੀਸ ਹੱਡੀਆਂ ਦੀ ਇੱਕ ਪੋਟਲੀ ਨੂੰ ਧਿਆਨ ਨਾਲ ਫਰੋਲ ਰਿਹਾ ਸੀ। ਸਿਕੰਦਰ ਨੇ ਪੁੱਛਿਆ, ਕੀ ਵੇਖ ਰਹੇ ਹੋ? ਡਾਇਓਜਨੀਸ ਨੇ ਕਿਹਾ, ਵੇਖਣ ਦਾ ਯਤਨ ਕਰ ਰਿਹਾ, ਪਰ ਦਿਸ ਨਹੀਂ ਰਿਹਾ। ਮੇਰੇ ਤੇਰੇ ਪਿਤਾ ਅਤੇ ਉਹਨਾਂ ਦੇ ਗੁਲਾਮਾਂ ਦੀਆਂ ਹੱਡੀਆਂ 'ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਧੰਨਵਾਦ। ਮੋੜ। ਪ੍ਰਸਿੱਧ ਨਾਟਕਕਾਰ ਬਰਨਾਰਡ ਸ਼ਾਹ ਪੂਰੀ ਤਰ੍ਹਾਂ ਬੇਰੁਜ਼ਗਾਰ ਸੀ। ਨਵੀਂ ਕੋਟ ਲਈ ਪੈਸੇ ਨਾ ਹੋਣ ਕਾਰਨ ਉਹ ਨਿਰੰਤਰ ਇੱਕ ਹੀ ਕੋਟ ਪਾਉਂਦਾ ਰਿਹਾ ਅਤੇ ਮਜਬੂਰਨ ਸ਼ਾਕਾਹਾਰੀ ਬਣਿਆ। ਪਰ ਆਪਣੇ ਵਿਚਾਰ ਵਿਹਾਰ ਵਿੱਚ ਉਹ ਪੂਰਾ ਦਬੰਗ ਸੀ, ਜਿਸ ਕਾਰਨ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਉਹਨੇ ਕਈ ਵਿਚਾਰਧਾਰਕ ਨਾਟਕ ਲਿਖੇ ਜਿਹੜੇ ਅਸਫਲ ਹੋਏ। ਉਹਦਾ ਨਾਟਕ ਆਰਮਜ਼ ਐਂਡ ਦ ਮੈਨ ਪੇਸ਼ ਕੀਤਾ ਜਾ ਰਿਹਾ ਸੀ, ਜਿੱਥੇ ਉਹਦੇ ਵਿਚਾਰਧਾਰਕ ਵਿਰੋਧੀ ਅਪਮਾਨ ਕਰਨ ਅਤੇ ਦੰਗਾ ਫਸਾਦ ਕਰਨ ਲਈ ਆਏ ਹੋਏ ਸਨ। ਪਰ ਨਾਟਕ ਦੇ ਮੁੱਕਣ 'ਤੇ ਉਹ ਸਾਰੇ ਖਲੋ ਕੇ ਪ੍ਰਸ਼ੰਸਾ ਵਿੱਚ ਤਾੜੀਆਂ ਮਾਰ ਰਹੇ ਸਨ। ਹਰ ਕਲਾਕਾਰ ਦੀ ਜ਼ਿੰਦਗੀ 'ਚ ਇੱਕ ਫੈਸਲਾਕੁੰਨ ਮੋੜ ਆਉਂਦਾ ਹੈ। ਇਹ ਉਹੀ ਮੋੜ ਸੀ। ਉਸ ਦਿਨ ਇੱਕ ਮਹਾਨ ਨਾਟਕਕਾਰ ਦਾ ਜਨਮ ਹੋਇਆ ਸੀ। ਧੰਨਵਾਦ। ਅਸਲ ਜੇਤੂ। ਫੁੱਟਬਾਲ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਮੈਰਾਡੋਨਾ ਨੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਜਰਮਨੀ ਵਿਰੁੱਧ ਤੀਜਾ ਜੇਤੂ ਗੋਲ ਆਪ ਕਰਨ ਦੀ ਬਜਾਏ ਕਿਸੇ ਹੋਰ ਖਿਡਾਰੀ ਤੋਂ ਕਰਵਾਇਆ। ਮਗਰੋਂ ਪੱਤਰਕਾਰ ਨੇ ਮੈਰਾਡੋਨਾ ਨੂੰ ਪੁੱਛਿਆ ਕਿ ਸਹੀ ਅਤੇ ਸ਼ਕਤੀਸ਼ਾਲੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਤੁਸੀਂ ਇਹ ਗੋਲ ਆਪ ਕਿਉਂ ਨਹੀਂ ਕੀਤਾ? ਮੈਰਾਡੋਨਾ ਨੇ ਉੱਤਰ ਦਿੱਤਾ, ਮੈਂ ਇਹੀ ਗੋਲ 99% ਆਪ ਵੀ ਕਰ ਸਕਦਾ ਸੀ, ਪਰ ਪਾਸ ਦੇ ਕੇ ਇਸ ਗੱਲ ਦੀ ਸੰਭਾਵਨਾ 101% ਸੀ, ਸੋ ਮੈਂ ਇਸ ਲਈ ਇਹ ਗੋਲ ਪਾਸ ਦੇ ਕੇ ਕਰਵਾਇਆ ਸੀ। ਧੰਨਵਾਦ। ਲਾਭ ਉਠਾਉਣਾ। ਕਿਸੇ ਸਮੇਂ ਤਲਾਕ ਦੀ ਸ਼ਰਤ ਸੀ ਕਿ 2 ਸਾਲ ਵੱਖਰੇ ਰਹਿਣ ਉਪਰੰਤ ਹੀ ਤਲਾਕ ਲਈ ਅਰਜ਼ੀ ਦਿੱਤੀ ਜਾ ਸਕਦੀ ਸੀ। ਇੱਕ ਪਤਨੀ ਆਪ ਆਪਣੇ ਪਤੀ ਨੂੰ ਛੱਡ ਕੇ ਚਲੀ ਗਈ ਅਤੇ 2 ਸਾਲ ਮਗਰੋਂ ਉਹਨੇ ਤਲਾਕ ਲਈ ਮੁਆਵਜ਼ੇ ਲਈ ਅਤੇ ਗੁਜ਼ਾਰਾ ਭੱਤੇ ਲਈ ਮੁਕੱਦਮਾ ਕਰ ਦਿੱਤਾ। ਪਤੀ ਨੇ ਸਾਬਤ ਕੀਤਾ ਕਿ ਉਹ ਆਪ ਆਪਣੀ ਮਰਜ਼ੀ ਨਾਲ ਗਈ ਸੀ। ਪਤਨੀ ਨੇ ਮੰਨਿਆ ਉਹ ਆਪੇ ਗਈ ਸੀ ਅਤੇ ਉਹ ਵਾਪਸ ਨਹੀਂ ਸੀ ਆਉਣਾ ਚਾਹੁੰਦੀ, ਮੁਆਵਜ਼ਾ ਚਾਹੁੰਦੀ ਸੀ। ਅਦਾਲਤ ਨੇ ਪਤਨੀ ਦੀ ਮੰਗ ਇਸ ਤਰਕ ਨਾਲ ਰੱਦ ਕਰ ਦਿੱਤੀ ਕਿ ਉਸ ਨੂੰ ਮੁਆਵਜ਼ਾ ਉਸ ਸੂਰਤ ਵਿੱਚ ਹੀ ਮਿਲ ਸਕਦਾ ਸੀ ਜੇ ਪਤੀ ਨੇ ਉਹਨੂੰ ਘਰੋਂ ਕੱਢਿਆ ਹੋਵੇ। ਪਤੀ ਦਾ ਘਰ ਛੱਡਣਾ ਪਤਨੀ ਦੀ ਗਲਤੀ ਸੀ, ਸੋ ਉਹ ਆਪਣੀ ਗਲਤੀ ਦਾ ਲਾਭ ਨਹੀਂ ਉਠਾ ਸਕਦੀ। ਧੰਨਵਾਦ। ਦੋਵੇਂ ਧਿਰਾਂ। ਪਿਆਰ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਨਾਲ ਬੜੇ ਝੂਠ ਬੋਲਦੀਆਂ ਹਨ, ਪਰ ਉਹ ਝੂਠ ਬੜੇ ਢੁਕਵੇਂ ਹੁੰਦੇ ਹਨ ਅਤੇ ਦੋਵੇਂ ਧਿਰਾਂ ਮੁਸਕਰਾ ਕੇ ਝੂਠ ਬੋਲਦੀਆਂ ਹਨ।
ਜਾਂ ਝੂਠ ਬੋਲ ਕੇ ਮੁਸਕਰਾਉਂਦੀਆਂ ਹਨ, ਜਿਸ ਕਾਰਨ ਝੂਠ ਪ੍ਰਤੀਤ ਨਹੀਂ ਹੁੰਦੇ। ਲੜਕੀ ਝੂਠ ਸੁਣ ਕੇ ਮੁਸਕਰਾ ਕੇ ਕਹਿੰਦੀ ਹੈ, ਜੋ ਤੂੰ ਕਹਿੰਦਾ ਹੈ ਉਹ ਸੱਚ ਤਾਂ ਨਹੀਂ, ਪਰ ਤੇਰੇ ਝੂਠ ਵਿੱਚ ਵੀ ਭੋਲਾਪਨ ਹੈ। ਮੈਨੂੰ ਤੇਰਾ ਭੋਲਾਪਨ ਚੰਗਾ ਲੱਗਦਾ ਹੈ। ਲੜਕਾ ਪ੍ਰਸੰਨ ਹੋ ਕੇ ਕਹਿੰਦਾ ਹੈ, ਤੇਰੀ ਬੋਲ ਬਾਣੀ ਸੁੱਚੀ ਤੇ ਨਿਰਛਲ ਹੋਣ ਕਰਕੇ ਬੜੀ ਪਿਆਰੀ ਲੱਗਦੀ ਹੈ। ਝੂਠੀ ਪ੍ਰਸ਼ੰਸਾ ਸੁਣ ਕੇ ਇਸਤਰੀ ਕਹਿੰਦੀ ਹੈ, ਕੇਵਲ ਤੂੰ ਹੀ ਹੈ ਜਿਹੜਾ ਮੇਰੇ ਬਾਰੇ ਸੱਚ ਬੋਲਦਾ ਹੈ। ਧੰਨਵਾਦ। ਫਰਾਂਸ ਦੀ ਹਾਰ। ਦੂਜੇ ਵਿਸ਼ਵ ਯੁੱਧ ਵਿੱਚ ਜਰਮਨੀ ਨੇ 6 ਦਿਨ ਵਿੱਚ ਹੀ ਫਰਾਂਸ 'ਤੇ ਕਬਜ਼ਾ ਕਰ ਲਿਆ ਸੀ। ਲੋਕ ਫਰਾਂਸ ਦੀ ਹਾਰ ਨਾਲ ਸੁੰਨ ਹੋ ਗਏ ਸਨ। ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਆ ਰਿਹਾ ਕਿ ਫਰਾਂਸ ਦੀ ਸ਼ਕਤੀਸ਼ਾਲੀ ਫੌਜ ਇੰਨੀ ਜਲਦੀ ਹਾਰ ਗਈ ਸੀ। ਫਰਾਂਸੀਸੀਆਂ ਨੂੰ ਰੱਬ ਦੀ ਹੋਂਦ 'ਤੇ ਹੀ ਸ਼ੱਕ ਹੋਣ ਲੱਗ ਪਿਆ ਸੀ। ਫਰਾਂਸੀਸੀਆਂ ਦੇ ਮੋਢੇ ਢਿਲਕ ਗਏ ਸਨ ਤੇ ਕੁੱਬ ਨਿਕਲ ਆਏ ਸਨ। ਉਹਨਾਂ ਦਾ ਫਰਾਂਸੀਸੀ ਹੋਣ ਦਾ ਮਾਣ ਜਾਂਦਾ ਰਿਹਾ। ਹਰ ਕੋਈ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਿਹਾ ਸੀ। ਔਰਤਾਂ ਨੇ ਤਿਆਰ ਹੋਣਾ ਹੀ ਬੰਦ ਕਰ ਦਿੱਤਾ ਸੀ ਤੇ ਪੁਰਸ਼ਾਂ ਨੂੰ ਖਾਣਾ ਪੀਣਾ ਭੁੱਲ ਗਿਆ ਸੀ। ਸੋਗ ਕਾਰਨ ਲੋਕ ਕਾਲੇ ਕੱਪੜੇ ਪਾਉਣ ਲੱਗ ਪਏ ਸਨ। ਫਰਾਂਸ ਦੀ ਹਾਰ ਨਾਲ ਸਾਰਾ ਯੂਰਪ ਦਹਿਲ ਗਿਆ ਸੀ। ਧੰਨਵਾਦ। ਪੈਮਾਨੇ। ਯੂਰਪ ਦੇ ਸ਼ਾਹੀ ਪਰਿਵਾਰ ਸਮਾਜ ਵਿੱਚ ਸਮੁੱਚੇ ਜੀਵਨ ਦੇ ਪੈਮਾਨੇ ਨਿਰਧਾਰਤ ਕਰਦੇ ਹਨ। ਮਹਾਰਾਣੀ, ਰਾਜਕੁਮਾਰੀ, ਰਾਜਮਾਤਾ ਆਦਿ ਦਾ ਚਾਜ਼ਾਚਾਰ ਵੱਖ-ਵੱਖ ਉਮਰਾਂ ਦੀਆਂ ਇਸਤਰੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਪਹਿਨਣਾ, ਖਲੋਣਾ, ਬਹਿਣਾ ਆਦਿ ਸਿਖਾਉਂਦਾ ਹੈ। ਦੇਸ਼ ਵਿੱਚ ਹਾਰ ਸ਼ਿੰਗਾਰ ਤੇ ਗੱਲਬਾਤ ਦਾ ਸਲੀਕਾ ਸ਼ਾਹੀ ਪਰਿਵਾਰ ਸਥਾਪਿਤ ਕਰਦਾ ਹੈ। ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿੱਚ ਕਿਸੇ ਨੇ ਢਿੱਲੇ ਜਾਂ ਬੇਵਕਤੇ ਕੱਪੜੇ ਪਹਿਨੇ ਨਹੀਂ ਹੁੰਦੇ। ਸਾਡੇ ਦੇਸ਼ ਵਿੱਚ ਫਿਲਮੀ ਅਦਾਕਾਰ ਹੀ ਮਾਡਲ ਹਨ ਤੇ ਫਿਲਮੀ ਅਦਾਕਾਰਾਂ ਦੇ ਲਿਬਾਸ ਅਸ਼ਲੀਲ ਤੇ ਵਿਹਾਰ ਭੈੜਾ ਹੁੰਦਾ ਹੈ, ਜਿਨ੍ਹਾਂ ਨੂੰ ਵੇਖ ਕੇ ਇਹੀ ਪਤਾ ਲੱਗਦਾ ਹੈ ਕਿ ਇਵੇਂ ਨਹੀਂ ਕਰਨਾ। ਧੰਨਵਾਦ। ਸਿਹਤ ਦਾ ਰਾਜ਼। ਵਿਸ਼ਵ ਸਿਹਤ ਸੰਸਥਾ ਅਨੁਸਾਰ ਗੁਸਲਖਾਨਾ ਵਰਤਣਾ, ਆਪਣਾ ਭੋਜਨ ਆਪ ਖਾਣਾ, ਆਪਣੇ ਕੱਪੜੇ ਆਪ ਲਾਉਣੇ ਪਾਉਣੇ, ਆਪਣੇ ਵਾਲ ਆਪ ਵਾਹੁਣੇ, ਬਿਸਤਰੇ 'ਚੋਂ ਆਪ ਉੱਠਣਾ, ਕੁਰਸੀ 'ਚੋਂ ਆਪ ਖੜ੍ਹੇ ਹੋਣਾ, ਆਪ ਤੁਰਨਾ ਆਦਿ ਤੰਦਰੁਸਤ ਵਿਅਕਤੀ ਦੇ ਲੱਛਣ ਹਨ। ਜੇ ਇਹਨਾਂ ਵਿੱਚੋਂ ਇੱਕ ਵੀ ਤੁਹਾਡੀ ਸਮਰੱਥਾ ਵਿੱਚ ਨਹੀਂ ਤਾਂ ਤੁਹਾਡਾ ਇਕੱਲਿਆਂ ਰਹਿਣਾ ਸੁਰੱਖਿਅਤ ਨਹੀਂ। ਜੇ ਤੁਸੀਂ ਬਾਜ਼ਾਰ ਵਿੱਚੋਂ ਆਪ ਖਰੀਦਦਾਰੀ ਕਰ ਸਕਦੇ ਹੋ, ਆਪਣਾ ਕਮਰਾ ਆਪ ਸੰਭਾਲ ਸੰਵਾਰ ਸਕਦੇ ਹੋ, ਆਪਣੀ ਦਵਾਈ ਆਪ ਲੈ ਸਕਦੇ ਹੋ, ਆਪ ਫੋਨ ਕਰ ਸਕਦੇ ਹੋ, ਆਪ ਯਾਤਰਾ ਕਰ ਸਕਦੇ ਹੋ, ਆਪ ਬੈਂਕ ਜਾ ਸਕਦੇ ਹੋ, ਆਪਣੇ ਪੈਸੇ ਸਾਂਭ ਸਕਦੇ ਹੋ, ਤਾਂ ਤੁਸੀਂ ਤੰਦਰੁਸਤ ਹੋ। ਪਰ ਸੈਰ ਕਰਦੇ ਰਹਿਣਾ। ਧੰਨਵਾਦ। ਆਕਸੀਜਨ। ਆਕਸੀਜਨ ਲੱਭਣ ਦਾ ਕਾਰਜ 18ਵੀਂ ਸਦੀ ਦੇ 8ਵੇਂ ਦਹਾਕੇ ਵਿੱਚ 3 ਵਿਗਿਆਨੀਆਂ ਨੇ ਕੀਤਾ ਸੀ। ਇੱਕ ਨੇ ਲੱਭੀ ਸੀ, ਦੂਜੇ ਨੇ ਇਸ ਬਾਰੇ ਸੂਚਨਾ ਵੀ ਦਿੱਤੀ ਸੀ, ਤੀਜੇ ਨੇ ਪਛਾਣੀ ਵੀ ਸੀ। ਵਾਤਾਵਰਣ ਵਿੱਚ ਹਾਈਡਰੋਜਨ ਤੇ ਹੀਲੀਅਮ ਉਪਰੰਤ ਸਭ ਤੋਂ ਵਧੇਰੇ ਮਾਤਰਾ ਆਕਸੀਜਨ ਦੀ ਹੈ। ਧਰਤੀ ਦਾ 21% ਆਲਾ ਦੁਆਲਾ ਆਕਸੀਜਨ ਦਾ ਹੈ। ਇਸ ਦਾ ਰੰਗ ਨਹੀਂ ਹੁੰਦਾ, ਸਵਾਦ ਨਹੀਂ ਹੁੰਦਾ, ਗੰਧ ਨਹੀਂ ਹੁੰਦੀ। ਇਹ ਤਰਲ ਤੇ ਸਥੂਲ ਦੋਵੇਂ ਰੂਪ ਧਾਰ ਲੈਂਦੀ ਹੈ। ਇਹ ਆਪ ਨਹੀਂ ਬਲਦੀ, ਪਰ ਬਲਣ ਵਿੱਚ ਮਦਦਗਾਰ ਹੁੰਦੀ ਹੈ। ਹਰੇਕ ਜੀਵ ਜੰਤੂ ਆਕਸੀਜਨ ਵਿੱਚ ਸਾਹ ਲੈਂਦਾ ਹੈ। ਧੰਨਵਾਦ। ਅੰਤਰ। ਸਧਾਰਨ ਲੋਕਾਂ ਅਤੇ ਮਹੱਤਵਪੂਰਨ ਵਿਅਕਤੀਆਂ ਵਿੱਚ ਅੰਤਰ ਪ੍ਰਤੱਖ ਵਿਖਾਈ ਦਿੰਦਾ ਹੈ। ਸਧਾਰਨ ਲੋਕ ਪੈਸਾ ਕਮਾਉਣ 'ਚ ਰੁੱਝੇ ਰਹਿੰਦੇ ਹਨ। ਮਹੱਤਵਪੂਰਨ ਕੁਝ ਨਿਵੇਕਲਾ ਕਰਨ ਵਿੱਚ ਦਿਲਚਸਪੀ ਲੈਂਦੇ ਹਨ। ਸਧਾਰਨ ਲੋਕ ਗੱਪਾਂ ਮਾਰਦੇ ਹਨ। ਮਹੱਤਵਪੂਰਨ ਗੱਲਬਾਤ ਕਰਦੇ। ਸਧਾਰਨ ਲੋਕ ਤਨਖਾਹ ਲੈਂਦੇ ਹਨ। ਮਹੱਤਵਪੂਰਨ ਤਨਖਾਹ ਵੰਡਦੇ ਹਨ। ਸਧਾਰਨ ਲੋਕ ਆਟੋਗ੍ਰਾਫ ਲੈਂਦੇ ਹਨ। ਮਹੱਤਵਪੂਰਨ ਆਟੋਗ੍ਰਾਫ ਦਿੰਦੇ ਹਨ। ਸਧਾਰਨ ਲੋਕ ਘੜੀ ਵੇਖ ਕੇ ਕੰਮ ਕਰਦੇ ਹਨ।
ਮਹੱਤਵਪੂਰਨ ਕੰਮ ਕਰਕੇ ਘੜੀ ਵੇਖਦੇ ਹਨ। ਸਧਾਰਨ ਲੋਕ ਫੋਟੋ ਖਿਚਵਾਉਂਦੇ ਹਨ। ਮਹੱਤਵਪੂਰਨ ਦੀਆਂ ਫੋਟੋਆਂ ਛਪਦੀਆਂ ਹਨ। ਸਧਾਰਨ ਲੋਕ ਅਤੀਤ ਨੂੰ ਵਡਿਆਉਂਦੇ ਹਨ। ਮਹੱਤਵਪੂਰਨ ਵਰਤਮਾਨ ਤੋਂ ਲਾਭ ਉਠਾਉਂਦੇ ਹਨ। ਸਧਾਰਨ ਤੇ ਮਹੱਤਵਪੂਰਨ ਵਿੱਚ ਅੰਤਰ ਦਿਨ ਰਾਤ ਵਾਂਗ ਸਪਸ਼ਟ ਹੁੰਦਾ ਹੈ। ਧੰਨਵਾਦ। ਬਜ਼ੁਰਗਾਂ ਦੀ ਕਮਜ਼ੋਰੀ। ਨੌਸਰਬਾਜ਼ ਸੰਸਾਰ ਦੇ ਹਰੇਕ ਦੇਸ਼ 'ਚ ਹੁੰਦੇ ਹਨ। ਅਮਰੀਕਾ ਵਿੱਚ ਇਕੱਲੀ ਰਹਿ ਰਹੀ ਬਜ਼ੁਰਗ ਔਰਤ ਨੇ ਆਪਣਾ ਲੌਨ ਸਾਫ਼ ਕਰਵਾਉਣ ਲਈ 2 ਬੰਦੇ ਕੰਮ 'ਤੇ ਲਾਏ ਅਤੇ ਉਹਨਾਂ ਦੇ ਮੰਗੇ ਅਨੁਸਾਰ $40 ਦੇਣੇ ਕੀਤੇ। ਅੱਧਾ ਕੰਮ ਕਰਕੇ ਦੋਹਾਂ ਨੇ $100 ਮੰਗੇ ਅਤੇ ਕਿਹਾ 40 ਨਹੀਂ $100 ਕਹੇ ਸੀ। ਡਰਦਿਆਂ ਉਸ ਇਸਤਰੀ ਨੇ $100 ਦਾ ਚੈੱਕ ਦੇ ਦਿੱਤਾ। ਉਹ ਹਰ ਦੂਜੇ ਦੇ ਨਾਕੇ ਝਗੜਦੇ ਸੀ ਅਤੇ $100 ਬਟੋਰ ਕੇ ਲੈ ਜਾਂਦੇ ਸੀ। ਇੱਕ ਵਾਰੀ ਗੁਆਂਢੀਆਂ ਨੇ ਉਸ ਔਰਤ ਨੂੰ ਉੱਚੀ ਉੱਚੀ ਰੋਂਦਿਆਂ ਸੁਣਿਆ। ਉਹ ਦੋਵੇਂ ਆਏ ਹੋਏ ਸਨ। ਗੁਆਂਢੀਆਂ ਨੇ ਪੁਲਿਸ ਬੁਲਾਈ। ਪੁਲਿਸ ਨੇ ਔਰਤ ਦਾ ਬਿਆਨ ਲਿਖਿਆ। ਬਿਆਨ ਨੂੰ ਸ਼ਿਕਾਇਤ ਸਮਝ ਕੇ ਤਫਤੀਸ਼ ਕੀਤੀ। ਉਹ 2 ਬੰਦੇ 6 ਮਹੀਨੇ ਵਿੱਚ $7,000 ਲੈ ਚੁੱਕੇ ਸਨ। ਸਬੂਤ ਚੈੱਕ ਸਨ। ਉਹਨਾਂ ਨੂੰ 3 ਸਾਲ ਕੈਦ ਹੋਈ। ਜੇ ਤੁਹਾਡੇ ਗੁਆਂਢ ਵਿੱਚ ਕੋਈ ਬਜ਼ੁਰਗ ਇਕੱਲਾ ਰਹਿ ਰਿਹਾ ਹੋਵੇ, ਕਦੇ ਕਦੇ ਉਹਦਾ ਹਾਲ ਪੁੱਛਣ ਦੀ ਮਿਹਰਬਾਨੀ ਜ਼ਰੂਰ ਵਿਖਾਉਣਾ। ਧੰਨਵਾਦ। ਤਰਜੀਹਾਂ। 8 ਤੋਂ 80 ਸਾਲ ਦੇ ਵਿਅਕਤੀਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਅਗਲਾ ਦਿਨ ਕਿਵੇਂ ਗੁਜ਼ਾਰਨਾ ਪਸੰਦ ਕਰੋਗੇ। ਹਰੇਕ ਦਾ ਜਵਾਬ ਵੱਖਰਾ ਸੀ। ਹਰੇਕ ਦੇ ਉੱਤਰ ਵਿੱਚ ਉਮਰ ਬੋਲ ਰਹੀ ਸੀ। ਜਦੋਂ ਸਾਰਿਆਂ ਨੂੰ ਪੁੱਛਿਆ ਗਿਆ ਕਿ 1 ਘੰਟੇ ਮਗਰੋਂ ਇੱਥੋਂ ਦੂਰ ਚਲੇ ਜਾਣਾ ਹੈ, ਕਿਹੜੀਆਂ 5 ਚੀਜ਼ਾਂ ਲੈ ਕੇ ਜਾਣੀਆਂ ਚਾਹੋਗੇ? ਉਮਰ ਦੇ ਅੰਤਰ ਤੇ ਉਮਰ ਅਨੁਸਾਰ ਤਰਜੀਹਾਂ ਪ੍ਰਤੱਖ ਸਨ। ਬੱਚਿਆਂ ਨੂੰ ਖੇਡਾਂ ਪਸੰਦ ਸਨ। ਜਵਾਨਾਂ ਨੂੰ ਇੱਕ ਦੂਜੇ ਦਾ ਸਾਥ। ਅਧਖੜ ਉਮਰ ਵਾਲਿਆਂ ਨੂੰ ਪੈਸੇ ਅਤੇ ਦਵਾਈਆਂ। ਬਜ਼ੁਰਗਾਂ ਨੇ ਦੰਦ, ਐਨਕਾਂ ਅਤੇ ਗੁਟਕਾ ਲੈ ਜਾਣਾ ਚਾਹਿਆ। ਜਿਹੜੇ ਮੌਤ ਦੇ ਨੇੜੇ ਸਨ, ਉਹਨਾਂ ਦੀ ਤਰਜੀਹ ਸੀ ਕਿ ਕੋਈ ਨੇੜੇ ਤੇੜੇ ਰਹੇ। ਧੰਨਵਾਦ। ਰੌਣਕ। ਪੰਛੀਆਂ ਦਾ ਗਾਉਣਾ, ਵਹਿੰਦੇ ਪਾਣੀ ਦਾ ਸ਼ੋਰ, ਬੱਚਿਆਂ ਦੀਆਂ ਆਵਾਜ਼ਾਂ ਸਭ ਚੰਗੀਆਂ ਲੱਗਦੀਆਂ ਹਨ। ਇਹਨਾਂ ਨਾਲ ਸਿਰ ਨਹੀਂ ਦੁਖਦਾ, ਮਨ ਨਹੀਂ ਅੱਕਦਾ, ਕਿਉਂਕਿ ਇਹ ਜ਼ਿੰਦਗੀ ਦੀਆਂ ਆਵਾਜ਼ਾਂ ਹਨ। ਚੁੱਪ, ਸ਼ਾਂਤੀ, ਇਕਾਂਤ ਕੁਝ ਚਿਰ ਹੀ ਚੰਗੇ ਲੱਗਦੇ ਹਨ। ਇਕਾਂਤ ਵਿੱਚ ਬਹੁਤਾ ਚਿਰ ਰਿਹਾ ਨਹੀਂ ਜਾ ਸਕਦਾ। ਇਸਤਰੀਆਂ ਆਪ ਵੀ ਰੌਣਕ ਹੁੰਦੀਆਂ ਹਨ ਅਤੇ ਰੌਣਕ ਮੇਲੇ ਦੀਆਂ ਅਭਿਲਾਸ਼ੀ ਵੀ ਹੁੰਦੀਆਂ ਹਨ। ਬੱਚਿਆਂ ਨੂੰ ਭਾਂਤ ਭਾਂਤ ਦੀਆਂ ਆਵਾਜ਼ਾਂ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਨੂੰ ਅਸੀਂ ਰੌਲਾ ਕਹਿੰਦੇ ਹਾਂ। ਉਹ ਰੌਲਾ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ। ਤੰਦਰੁਸਤ ਹੋਣ ਅਤੇ ਰਹਿਣ ਲਈ ਉੱਥੇ ਜਾਓ ਜਿੱਥੇ ਜ਼ਿੰਦਗੀ ਦੀ ਰੌਣਕ ਵਾਲੇ ਦ੍ਰਿਸ਼ ਹੋਣ ਅਤੇ ਵੰਨ ਸੁਵੰਨੇ ਲੋਕ ਹੋਣ। ਧੰਨਵਾਦ। ਤਸੱਲੀ। 80 ਸਾਲਾਂ ਦੀ ਮਾਂ ਚੂਲਾ ਟੁੱਟਣ ਕਾਰਨ ਕਈ ਦਿਨਾਂ ਤੋਂ ਹਸਪਤਾਲ ਵਿੱਚ ਸੀ। ਘਰ ਜਾਣਾ ਚਾਹੁੰਦੀ ਸੀ, ਪਰ ਉਹਨੂੰ ਮੁਕਤ ਹੋਣ ਨਹੀਂ ਸੀ ਦਿੱਤਾ ਜਾ ਰਿਹਾ। ਨੇੜਲੇ ਸ਼ਹਿਰ ਰਹਿੰਦਾ ਪੁੱਤਰ ਹਰ ਐਤਵਾਰ ਮਿਲਣ ਆਉਂਦਾ ਸੀ। ਪਹੀਆ ਕੁਰਸੀ 'ਚ ਮਾਂ ਨੂੰ ਬਿਠਾ ਕੇ ਪੁੱਤਰ ਮਾਂ ਦਾ ਹਸਪਤਾਲ ਵਿੱਚ ਗੇੜਾ ਲਵਾ ਰਿਹਾ ਸੀ। ਮਾਂ ਨੇ ਪੁੱਤਰ ਦੇ ਕੰਨ ਵਿੱਚ ਕਿਹਾ, ਮੈਂ ਤਿਆਰ ਹਾਂ, ਜਿਹਦਾ ਅਰਥ ਸੀ ਕਿ ਮੈਂ ਮਰਨ ਲਈ ਤਿਆਰ ਹਾਂ। ਮੇਰਾ ਇਲਾਜ ਤੋਂ ਖਹਿੜਾ ਛੁਡਵਾ ਦਿਓ। ਘਰ ਜਾਣ ਲਈ ਮਾਂ ਨੇ ਤਰਲੇ ਭਰੀ ਆਵਾਜ਼ 'ਚ ਕਿਹਾ, ਮੈਂ ਤੈਨੂੰ ਕਦੇ ਕੋਈ ਕੰਮ ਨਹੀਂ ਕਿਹਾ, ਮੇਰਾ ਇਹ ਕੰਮ ਕਰਕੇ ਜਾਵੀਂ। ਮੈਂ ਤੈਨੂੰ ਕਦੇ ਕੋਈ ਹੋਰ ਕੰਮ ਨਹੀਂ ਕਹਿਣਾ। ਪੁੱਤਰ ਵੀ ਵੇਖਦਾ ਸੀ ਕਿ ਇਲਾਜ ਬੜਾ ਦੁਖਦਾਈ ਸੀ। ਪੁੱਤਰ ਨੇ ਭਰੀਆਂ ਅੱਖਾਂ ਨਾਲ ਕਿਹਾ, ਅੱਛਾ ਮਾਂ। ਉਹਨੇ ਹਸਪਤਾਲ ਨੂੰ ਇਲਾਜ ਰੋਕ ਦੇਣ ਲਈ ਕਿਹਾ ਅਤੇ ਮਾਂ ਨੂੰ ਡਿਸਚਾਰਜ ਕਰਵਾ ਕੇ ਘਰ ਲੈ ਗਿਆ। ਉਹ ਕਈ ਦਿਨ ਤੰਦਰੁਸਤ ਇਸਤਰੀ ਵਾਂਗ ਆਂਢ ਗੁਆਂਢ ਦੀਆਂ ਔਰਤਾਂ ਨਾਲ ਗੱਲਾਂ ਕਰਦੀ ਰਹੀ। ਉਹ ਭੁੱਲ ਗਈ ਕਿ ਉਹ ਬਿਮਾਰ ਸੀ। ਇੱਕ ਸਵੇਰ ਵੇਖਿਆ, ਉਹ ਜਾ ਚੁੱਕੀ ਸੀ। ਸਰੀਰ ਸ਼ਾਂਤ ਸੀ, ਚਿਹਰੇ ਉੱਤੇ ਤਸੱਲੀ ਸੀ ਅਤੇ ਧੰਨਵਾਦ ਦੀ ਮੁਸਕਰਾਹਟ ਸੀ। ਧੰਨਵਾਦ। ਯਾਦਗਾਰ। ਜਵਾਲਾਮੁਖੀ ਦੇ ਨੇੜੇ ਇੱਕ ਝੀਲ ਦੇ ਕਿਨਾਰੇ ਇੱਕ ਬਜ਼ੁਰਗ ਇਕੱਲਾ ਕੁਝ ਬਿੱਲੀਆਂ ਨਾਲ ਰਹਿੰਦਾ ਸੀ। 5 ਸਾਲ ਪਹਿਲੇ ਪਤਨੀ ਚਲੀ ਗਈ ਸੀ।
ਜਵਾਲਾਮੁਖੀ ਦੇ ਫਟਣ ਦੇ ਮਿਲ ਰਹੇ ਸੰਕੇਤਾਂ ਕਾਰਨ ਸਰਕਾਰ ਲੋਕਾਂ ਨੂੰ ਚਲੇ ਜਾਣ ਲਈ ਕਹਿ ਰਹੀ ਸੀ। ਬਜ਼ੁਰਗ ਨੇ ਕਿਹਾ, ਨਹੀਂ, ਮੈਂ ਇੱਥੇ ਹੀ ਰਹਾਂਗਾ, ਕਿਉਂਕਿ ਇਸ ਘਰ ਵਿੱਚ ਹਰੇਕ ਚੀਜ਼ ਮੇਰੀ ਪਤਨੀ ਦੀ ਬਣਾਈ, ਸਜਾਈ ਅਤੇ ਟਿਕਾਈ ਹੋਈ ਹੈ। ਪੁਲਿਸ ਨੇ ਉਸ ਨੂੰ ਜਬਰੀ ਹਟਾਉਣ ਦੀ ਵਿਉਂਤ ਬਣਾਈ, ਪਰ ਇਉਂ ਕਰਨ ਨਾਲ ਪੁਲਿਸ ਦੀ ਨਿੰਦਾ ਹੋਣੀ ਸੀ। ਬਜ਼ੁਰਗ ਨੇ ਕਿਹਾ, ਜੇ ਪੁਲਿਸ ਮੈਨੂੰ ਇੱਥੋਂ ਲੈ ਗਈ, ਮੈਂ ਹਫ਼ਤੇ 'ਚ ਮਰ ਜਾਣਾ ਹੈ। ਮੈਂ ਆਪਣੀ ਜ਼ਿੰਦਗੀ ਰੱਜ ਕੇ ਜੀ ਲਈ ਹੈ। ਮੇਰੀ ਹੋਰ ਕੋਈ ਇੱਛਾ ਨਹੀਂ, ਮਰਨ ਦਾ ਕੋਈ ਡਰ ਨਹੀਂ। ਜਵਾਲਾਮੁਖੀ 1.5 ਮਹੀਨੇ ਮਗਰੋਂ ਫਟਿਆ। ਸਾਰੀ ਝੀਲ ਸੁਆਹ ਨਾਲ ਭਰ ਗਈ ਤੇ ਬਜ਼ੁਰਗ ਦਾ ਮਕਾਨ ਸੁਆਹ ਥੱਲੇ ਦੱਬਿਆ ਗਿਆ। ਦੇਸ਼ ਨੇ ਉਹਨੂੰ ਆਪਣੀ ਮਰਜ਼ੀ ਨਾਲ ਜਿਉਣ, ਆਪਣੀ ਮਰਜ਼ੀ ਮਨਵਾਉਣ ਦੀ ਦ੍ਰਿੜਤਾ ਵਿਖਾਉਣ ਦੇ ਸਤਿਕਾਰ ਵਜੋਂ ਉਹਦੀ ਯਾਦਗਾਰ ਉਸਾਰੀ। ਧੰਨਵਾਦ। ਖੁਸ਼ਹਾਲੀ ਦੀ ਕਮੀ। ਪਿਤਾ ਵਕੀਲ ਸੀ। 3 ਪੁੱਤਰ ਤੇ ਉਹਨਾਂ ਦੀਆਂ ਪਤਨੀਆਂ ਤੇ ਇੱਕ ਪੋਤਾ ਵੀ ਵਕੀਲ ਸੀ। ਸਾਰੇ ਫੌਜਦਾਰੀ ਅਪਰਾਧਾਂ ਦੇ ਵਕੀਲ ਸਨ। ਘਰ ਵਿੱਚ ਸਾਰਾ ਦਿਨ ਕਤਲਾਂ, ਡਾਕਿਆਂ, ਉਧਾਲਿਆਂ, ਮਾਰਾਂ ਕੁੱਟਾਂ ਦੀ ਹੀ ਚਰਚਾ ਹੁੰਦੀ ਸੀ। ਸਭ ਕੁਝ ਜੁਰਮ ਦੀ ਦ੍ਰਿਸ਼ਟੀ ਤੋਂ ਵਿਚਾਰਿਆ ਜਾਂਦਾ ਸੀ। ਇਹਨਾਂ ਵਿੱਚੋਂ ਉਪਜੀਆਂ ਨਫ਼ਰਤਾਂ ਤੇ ਬਦਲਾ ਲੈਣ ਲਈ ਕੀਤੇ ਜੁਰਮਾਂ ਦਾ ਬੋਲਬਾਲਾ ਸੀ। ਕਤਲ ਕਰਨ ਵਾਲਿਆਂ ਤੇ ਕਤਲ ਹੋਣ ਵਾਲਿਆਂ ਦੇ ਰਿਸ਼ਤੇਦਾਰ ਹੀ ਆਉਂਦੇ ਸਨ। ਜੀਵਨ ਦੀਆਂ ਸਾਰੀਆਂ ਸਹੂਲਤਾਂ ਸਨ, ਪਰ ਖੁਸ਼ੀ ਕੋਈ ਨਹੀਂ ਸੀ। ਧੰਨਵਾਦ। ਦੂਸਰਾ ਜਨਮ। ਕਈ ਵਾਰੀ ਦਿਲ ਭਰਿਆ ਹੁੰਦਾ ਹੈ, ਰੋਣ ਨੂੰ ਮਨ ਕਰਦਾ ਹੈ। ਕਈ ਵਾਰੀ ਕਿਸੇ ਦੀਆਂ ਵਧੀਕੀਆਂ ਰੁਆ ਦਿੰਦੀਆਂ ਹਨ। ਅਜਿਹੇ ਰੋਣ ਵਿੱਚ ਗੁੱਸਾ ਰਲ ਜਾਂਦਾ ਹੈ ਤੇ ਰੋਣਾ ਸ਼ੁੱਧ ਨਹੀਂ ਰਹਿੰਦਾ ਤੇ ਰੋ ਕੇ ਤਸੱਲੀ ਨਹੀਂ ਮਿਲਦੀ। ਕਈ ਵਾਰੀ ਬੇਵਸੀ ਰੁਆ ਦਿੰਦੀ ਹੈ, ਪਰ ਅਜਿਹਾ ਰੋਣਾ ਸ਼ਾਂਤ ਨਹੀਂ ਕਰਦਾ। ਚੰਗਾ ਰੋਣਾ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਆਪਣੇ ਨਾਲ ਵਧੀਕੀਆਂ ਕਰਨ ਵਾਲੇ ਨੂੰ ਮਾਫ਼ ਕਰਦੇ ਹਾਂ, ਬਦਲਾ ਲੈਣ ਦਾ ਖਿਆਲ ਮਨ ਵਿੱਚੋਂ ਕੱਢਦੇ ਹਾਂ। ਚੰਗਾ, ਸ਼ਾਂਤ, ਉਸਾਰੂ, ਤਸੱਲੀ ਵਾਲਾ ਰੋਣਾ ਉਹ ਹੁੰਦਾ ਹੈ ਜਦੋਂ ਰੋਣ ਵਾਲਾ ਇਕੱਲਾ ਹੋਵੇ, ਛੁੱਟੀ ਵਾਲਾ ਦਿਨ ਹੋਵੇ, ਨਾ ਕਿਧਰੇ ਜਾਣਾ ਹੋਵੇ, ਨਾ ਕਿਸੇ ਨੇ ਆਉਣਾ ਹੋਵੇ, ਫੋਨ ਖਰਾਬ ਹੋਵੇ, ਕੋਈ ਵਿਘਨ ਪੈਣ ਦੀ ਸੰਭਾਵਨਾ ਨਾ ਹੋਵੇ, ਮੀਂਹ ਪੈ ਰਿਹਾ ਹੋਵੇ, ਬਾਹਰ ਅਸਮਾਨ ਤੇ ਅੰਦਰ ਉਹ ਰੋ ਰਿਹਾ ਹੋਵੇ। ਰੱਜ ਕੇ ਰੋਣ ਨਾਲ, ਕਈ ਘੰਟੇ ਰੋਣ ਨਾਲ ਵਿਅਕਤੀ ਇੰਨਾ ਨਿਢਾਲ ਹੋ ਜਾਂਦਾ ਹੈ ਕਿ ਉਹ ਬੜੀ ਗੂੜੀ ਨੀਂਦਰ ਸੌਂਦਾ ਹੈ। ਇਹ ਨੀਂਦਰ ਕਈ ਘੰਟੇ ਰੱਜ ਕੇ ਰੋਣ ਤੋਂ ਬਿਨਾਂ ਨਹੀਂ ਆਉਂਦੀ। ਇਸ ਨੀਂਦਰ ਉਪਰੰਤ ਦੁਬਾਰਾ ਜਨਮ ਲੈਣ ਦਾ ਅਹਿਸਾਸ ਹੁੰਦਾ ਹੈ। ਧੰਨਵਾਦ। ਲੇਖਕ ਤੇ ਪਾਤਰ। ਟੋਲਸਟਾਏ ਦੀ ਇੱਕ ਰਚਨਾ ਵਿੱਚ ਇੱਕ ਪਾਤਰ ਇਵਾਨ ਇਲੀਅਚ ਮਰ ਰਿਹਾ ਸੀ। ਲਿਖਣ ਦੇ ਇਸ ਪੜਾਅ 'ਤੇ ਟੋਲਸਟਾਏ ਆਪ ਇਲੀਅਚ ਵਾਂਗ ਬਿਮਾਰ ਪੈ ਗਿਆ। ਉਹ ਆਪਣੇ ਆਪ ਨੂੰ ਇਲੀਅਚ ਸਮਝਣ ਲੱਗ ਪਿਆ ਸੀ। ਘਰ ਵਿੱਚ ਕੇਵਲ ਇੱਕ ਜਰਮਨ ਨੌਕਰ ਸੀ ਜਿਹੜਾ ਟੋਲਸਟਾਏ ਨਾਲ ਗੱਲਾਂ ਕਰਦਾ ਸੀ। ਟੋਲਸਟਾਏ ਉਸ ਨਾਲ ਇਲੀਅਚ ਵਾਂਗ ਗੱਲਾਂ ਕਰਦਾ ਸੀ। ਜੋ ਗੱਲਾਂ ਹੁੰਦੀਆਂ ਸਨ ਉਹ ਨਾਵਲ ਦਾ ਭਾਗ ਬਣ ਜਾਂਦੀਆਂ ਸਨ। ਇਲੀਅਚ ਦੀ ਲੱਤ ਵਿੱਚ ਦਰਦ ਦੇ ਵੇਰਵੇ ਸਨ। ਟੋਲਸਟਾਏ ਦੀ ਲੱਤ ਵੀ ਦੁਖਣ ਲੱਗ ਪਈ ਸੀ। ਬਿਮਾਰ ਇਲੀਅਚ ਸੀ, ਦਰਦ ਤੇ ਬੁਖਾਰ ਟੋਲਸਟਾਏ ਨੂੰ ਸੀ। ਇਸ ਨੂੰ ਸਿਰਜਨਾਤਮਕ ਸ਼ਿੱਦਤ ਕਹਿੰਦੇ ਹਨ, ਜਿਸ ਵਿੱਚ ਲੇਖਕ ਤੇ ਉਹਦਾ ਪਾਤਰ ਇੱਕ ਹੋ ਜਾਂਦੇ ਹਨ। ਧੰਨਵਾਦ।